ਹੈਲੋ ਡੀਅਰ ਸਟੂਡੈਂਟਸ, ਹਾਊ ਆਰ ਯੂ ਆਲ? 8ਵੀਂ ਕਲਾਸ ਦੇ ਗਣਿਤ ਵਿਸ਼ੇ ਨਾਲ ਸੰਬੰਧਿਤ ਸੈਸ਼ਨ ਵਿੱਚ ਸਾਰਿਆਂ ਦਾ ਸਵਾਗਤ ਹੈ ਤੇ ਪਿਆਰੇ ਵਿਦਿਆਰਥੀਓ, ਪ੍ਰੀਵੀਅਸ ਵੀਡੀਓ ਦੇ ਵਿੱਚ ਅਸੀਂ ਐਕਸਰਸਾਈਜ਼ ਨੰਬਰ 11.1 ਜੋ ਕਿ ਖੇਤਰਮਿਤੀ ਚੈਪਟਰ ਯਾਨੀ ਕਿ ਮੈਂਸੂਰੇਸ਼ਨ ਚੈਪਟਰ ਨਾਲ ਸੰਬੰਧਿਤ ਸੀ, ਉਹ ਕੀਤੀ ਸੀ। ਤੇ ਅੱਜ ਦੇ ਸੈਸ਼ਨ ਵਿੱਚ ਅਸੀਂ ਅਗਲੀ ਐਕਸਰਸਾਈਜ਼ 11.2 ਜਿਹੜੀ ਹੈ ਉਹ ਕਰਨ ਜਾ ਰਹੇ ਹਾਂ। ਪਿਆਰੇ ਵਿਦਿਆਰਥੀਓ, ਆਓ ਇਹ ਐਕਸਰਸਾਈਜ਼ ਕਰਦੇ ਹਾਂ। ਇਸ ਐਕਸਰਸਾਈਜ਼ ਦੇ ਵਿੱਚ ਅਸੀਂ ਸਮਲੰਬ ਚਤੁਰਭੁਜ ਦਾ ਖੇਤਰਫਲ ਤੇ ਵਿਦਿਆਰਥੀਓ ਨਾਲ ਹੀ ਸਮਚਤੁਰਭੁਜ ਦੇ ਖੇਤਰਫਲ ਦੇ ਸੰਬੰਧਿਤ ਸਵਾਲ ਜਿਹੜੇ ਆ ਉਹ ਕੱਢਣੇ ਹਨ। ਮੀਨਸ ਵੀ ਵਿਲ ਡਿਸਕਸ ਅਬਾਊਟ ਦੀ sums related to the formula of area of trapezium and area of rhombus. Okay, first of all we will write the formula. We will learn the formulas of the rhombus, area of rhombus and area of trapezium. Okay, so let us discuss about the formula first. After that we will start the exercise number 11.2. Okay, so let's start this chapter. तो ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਤੇ ਅਸੀਂ ਫਾਰਮੂਲਾ ਲਿਖਾਂਗੇ। ਤੇ ਵਿਦਿਆਰਥੀਓ, ਤੁਹਾਨੂੰ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਸਮਲੰਬ ਚਤੁਰਭੁਜ ਕਿਸ ਤਰ੍ਹਾਂ ਦੀ ਹੁੰਦੀ ਹੈ। ਸਮਲੰਬ ਚਤੁਰਭੁਜ ਤੋਂ ਜਿਸ ਨੂੰ ਟ੍ਰਪੀਜ਼ੀਅਮ ਆਖਦੇ ਹਾਂ, ਠੀਕ ਹੈ। ਤਾਂ ਮੈਂ ਟ੍ਰਪੀਜ਼ੀਅਮ ਦੀ ਸ਼ੇਪ ਬਣਾ ਦੇਣਾ, ਜਿਹਦੇ ਵਿੱਚ ਕੋਈ ਦੋ ਸਾਈਡਾਂ ਜਿਹੜੀਆਂ ਨੇ ਇੱਕ ਦੂਜੇ ਦੇ ਪੈਰਲਰ ਹੁੰਦੀਆਂ ਨੇ, ਠੀਕ ਹੈ। तो ਉਹਨਾਂ ਦਾ ਮਾਪ ਜਿਹੜਾ ਤੁਹਾਨੂੰ ਪਤਾ ਹੁੰਦਾ, ਮੰਨ ਲਓ ਇਹਦੀ ਜਿਹੜੀ ਸਾਈਡ ਹੈ ਇਹ A ਸੈਂਟੀਮੀਟਰ ਹੈ ਔਰ ਦੂਸਰੀ ਜਿਹੜੀ ਹੈ ਉਹ B ਸੈਂਟੀਮੀਟਰ ਹੈ। ਤੇ ਵਿਦਿਆਰਥੀਓ, ਇਹਨਾਂ ਦੋ ਸਮਾਂਤਰ ਭੁਜਾਵਾਂ ਦੇ ਵਿਚਕਾਰ ਯਾਨੀ ਕਿ ਇਹਨਾਂ ਪੈਰਲਰ ਸਾਈਡਸ ਦੇ ਵਿਚਕਾਰ ਦੀ ਵਿੱਚੋਂ ਜੋ ਉਚਾਈ ਹੁੰਦੀ ਹੈ, ਜਿਸ ਨੂੰ ਅਸੀਂ h ਲਿਖਾਂਗੇ, ਉਹ ਸਾਨੂੰ ਨਾਲ ਗਿਵਨ ਹੋਏਗੀ। ਤੇ ਵਿੱਚੋਂ ਏਰੀਆ ਆਫ ਟ੍ਰਪੀਜ਼ੀਅਮ ਯਾਨੀ ਕਿ ਟ੍ਰਪੀਜ਼ੀਅਮ ਨੂੰ ਵਿੱਚੋਂ ਪੰਜਾਬੀ ਦੇ ਵਿੱਚ ਸਮਲੰਬ ਚਤੁਰਭੁਜ ਕਹਿੰਦੇ ਆ। ਮੈਂ ਨਾਲ ਲਿਖ ਦਿੰਦਾ, ਕਈ ਬੱਚਿਆਂ ਨੂੰ ਫਿਰ ਇੰਗਲਿਸ਼ ਮੀਡੀਅਮ ਹੁੰਦਾ ਹੈ, ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ। ਤੋ ਸਮਲੰਬ ਚਤੁਰਭੁਜ ਦਾ ਖੇਤਰਫਲ ਉਹ ਕੀ ਹੁੰਦਾ ਹੈ? ਦੋ ਪੈਰਲਰ ਯਾਨੀ ਕਿ ਸਮਾਂਤਰ ਭੁਜਾਵਾਂ ਦੀ ਲੰਬਾਈਆਂ ਦਾ ਜੋੜ ਗੁਣਾ ਇਹਨਾਂ ਦੋਨੋਂ ਸਮਾਂਤਰ ਭੁਜਾਵਾਂ ਦੇ ਵਿਚਕਾਰ ਦੀ ਉਚਾਈ। ਸੋ ਦਿਸ ਇਜ਼ ਦੀ ਫਾਰਮੂਲਾ ਫॉर ਏਰੀਆ ਆਫ ਟ੍ਰਪੀਜ਼ੀਅਮ। ਇਸ ਨੂੰ ਬੱਚਿਓ ਨੋਟ ਕਰ ਲਓ। ਅਗਰ ਤੁਹਾਡੀ ਕੋਈ ਕੁਐਰੀਜ਼ ਹੈ ਤਾਂ ਨਾਲੋਂ ਨਾਲ ਬੱਚੇ ਲਾਈਵ ਚੈਟ ਦੇ ਵਿੱਚ ਲਿਖੀ ਜਾਓ, ਮੈਂ ਨਾਲੋਂ ਨਾਲ ਤੁਹਾਨੂੰ ਉਹਦਾ ਜਵਾਬ ਜਿਹੜਾ ਉਹ ਦੇਈ ਜਾਵਾਂਗਾ, ਠੀਕ ਹੈ। ਉਸ ਤੋਂ ਬਾਅਦ ਵਿਦਿਆਰਥੀਓ, ਇੱਕ ਹੁੰਦੀ ਹੈ ਸਮ ਚਤੁਰਭੁਜ, ਠੀਕ ਹੈ। ਸਮ ਚਤੁਰਭੁਜ ਨੂੰ ਅਸੀਂ ਰੋਮਬਸ ਆਖਦੇ ਹਾਂ। ਤੇ ਰੋਮਬਸ ਦੇ ਵਿੱਚ ਬੱਚੋ ਕੀ ਹੁੰਦਾ ਹੈ? ਇਹਦੇ ਵਿੱਚ ਜਿਹੜੇ ਦੋ ਡਾਇਗਨਲ ਹੁੰਦੇ ਨੇ, ਇਹ ਡਾਇਗਨਲ ਨੇ, ਇਹਦੇ ਇੱਕ ਡਾਇਗਨਲ ਦੋ ਡਾਇਗਨਲ, ਠੀਕ ਹੈ। ਡਾਇਗਨਲ ਨੂੰ ਪੰਜਾਬੀ ਚ ਅਸੀਂ ਵਿਕਰਨ ਆਖਦੇ ਹਾਂ। ਇਹ ਵਿਕਰਨ ਇੱਕ ਦੂਜੇ ਨੂੰ ਲੰਬ ਸਮ ਦੁਭਾਜਿਤ ਕਰਦੇ ਨੇ, ਮਤਲਬ ਕਿ 90 ਡਿਗਰੀ ਤੇ ਇੱਕ ਦੂਜੇ ਨੂੰ ਬਾਈਸੈਕਟ ਕਰਦੇ ਨੇ। ਜੇਕਰ ਇੱਕ ਵਿਕਰਨ ਮੀਨਸ ਡਾਇਗਨਲ ਦੀ ਲੰਬਾਈ ਜਿਹੜੀ D1 ਹੈ ਤੇ ਦੂਸਰੇ ਦੀ D2 ਹੈ, ਤੇ ਵਿਦਿਆਰਥੀਓ ਏਰੀਆ ਆਫ ਰੋਮਬਸ ਉਹਦਾ ਫਿਰ ਫਾਰਮੂਲਾ ਕੀ ਬਣਦਾ ਹੈ? ਇਹਨੂੰ ਸਾਰੇ ਬੱਚੇ ਨੋਟ ਕਰ ਲਓ। ਰੋਮਬਸ ਜਿਸ ਨੂੰ ਕੀ ਕਹਿੰਦੇ ਨੇ? ਸਮ ਚਤੁਰਭੁਜ, ਠੀਕ ਹੈ। ਤੋ ਸਮ ਚਤੁਰਭੁਜ ਦਾ ਖੇਤਰਫਲ ਜਿਹੜਾ ਹੈ ਉਹਦਾ ਫਾਰਮੂਲਾ ਹੁੰਦਾ ਹੈ 1/2 ਗੁਣਾ ਪਹਿਲਾ ਵਿਕਰਨ ਗੁਣਾ ਦੂਜਾ ਵਿਕਰਨ, ਠੀਕ ਹੈ। ਤੋ ਇਸ ਨੂੰ ਜਿੱਦਾਂ ਮੈਂ ਬੋਲਿਆ ਹੈਗਾ ਇਦਾਂ ਤੁਸੀਂ ਪੰਜਾਬੀ ਚ ਲਿਖ ਵੀ ਲੈਣਾ ਹੈ। ਤੋ ਵਿਦਿਆਰਥੀਓ, ਇਹ ਬਹੁਤ ਇੰਪੋਰਟੈਂਟ ਫਾਰਮੂਲੇ ਨੇ। ਇਹਨਾਂ ਹੀ ਫਾਰਮੂਲੇ ਦੇ ਰਿਲੇਟਡ ਅਸੀਂ 11.2 ਐਕਸਰਸਾਈਜ਼ ਜਿਹੜੀ ਆ ਅੱਜ ਕਰਨ ਜਾ ਰਹੇ ਹਾਂ। ਤੋ ਆਓ ਪਿਆਰੇ ਵਿਦਿਆਰਥੀਓ, ਇਹ ਐਕਸਰਸਾਈਜ਼ ਸਟਾਰਟ ਕਰਦੇ ਹਾਂ। ਇਸ ਦਾ ਪਹਿਲਾ ਕੁਐਸਚਨ ਜਿਹੜਾ ਤੁਹਾਡੀ ਸਕਰੀਨ ਦੇ ਉੱਪਰ ਫਲੈਸ਼ ਹੋ ਰਿਹਾ, ਪਹਿਲਾ ਸਵਾਲ ਕੀ ਹੈ? ਇਸ ਵਿੱਚ ਤੁਹਾਨੂੰ ਇੱਕ ਟੇਬਲ ਦਿੱਤਾ ਹੈ, ਉਸ ਟੇਬਲ ਦੇ ਟੌਪ ਆਫ ਦੀ ਸਰਫੇਸ ਜਿਹੜਾ ਹੈ ਉਹ ਟ੍ਰਪੀਜ਼ੀਅਮ ਆਕਾਰ ਦਾ ਹੈਗਾ, ਠੀਕ ਹੈ। ਟ੍ਰਪੀਜ਼ੀਅਮ ਮਤਲਬ ਸਮਲੰਬ ਵਰਗਾ ਹੈ। ਤੇ ਵਿਦਿਆਰਥੀਓ, ਅਸੀਂ ਇਹਦਾ ਏਰੀਆ ਫਾਈਂਡ ਆਊਟ ਕਰਨਾ ਹੈ। ਅਗਰ ਇਹਦੀਆਂ ਪੈਰਲਲ ਸਾਈਡਸ ਜਿਹੜੀਆਂ ਇੱਕ 1 ਮੀਟਰ ਦੀ ਹੈ ਤੇ ਦੂਸਰੀ 1.2 ਮੀਟਰ ਦੀ ਹੈ, ਤੇ ਪਰਪੈਂਡੀਕੂਲਰ ਡਿਸਟੈਂਸ ਦੋਨਾਂ ਦੇ ਵਿਚਕਾਰ 0.8 ਮੀਟਰ ਦੀ ਹੈ। ਓਕੇ, ਸੋ ਕੀ ਗਿਵਨ ਹੈਗਾ ਤੁਹਾਨੂੰ? ਸਭ ਤੋਂ ਪਹਿਲਾਂ ਇਹਦੇ ਵਿੱਚ ਸਾਈਡਾਂ ਦੇਖਦੇ ਹਾਂ। ਜਿਹੜੀ ਇਹ ਵਾਲੀ ਫਰੰਟ ਸਾਈਡ ਹੈ, ਠੀਕ ਹੈ, ਇਹ ਤੁਹਾਨੂੰ 1.2 ਮੀਟਰ ਦੀ ਗਿਵਨ ਹੈ। ਦੂਸਰੀ ਸਾਈਡ ਜਿਹੜੀ ਹੈ ਉਹ 1 ਮੀਟਰ ਦੀ ਹੈ। ਓਕੇ, ਇਹਦੇ ਪੈਰਲਲ ਸਾਈਡ ਜਿਹੜੀ ਹੈ, ਤੇ ਵਿੱਚੋਂ ਦੋਨਾਂ ਦੇ ਵਿਚਕਾਰ ਦੀ ਜਿਹੜੀ ਪਰਪੈਂਡੀਕੂਲਰ ਡਿਸਟੈਂਸ ਹੈ ਉਹ ਹੈਗੀ 0.8 ਮੀਟਰ, ਜਿਹਨੂੰ ਅਸੀਂ h ਮੰਨ ਲਾਂਗੇ, ਇਹਨੂੰ ਤੁਸੀਂ b ਮੰਨ ਲਓ। ਤੋ ਵਿਦਿਆਰਥੀਓ, ਸਮਲੰਬ ਚਤੁਰਭੁਜ ਜਾਂ ਸਿੱਧਾ ਲਿਖ ਲਓ ਸਮਲੰਬ ਟੇਬਲ ਆਕਾਰ ਦੇ ਟੇਬਲ ਦਾ ਖੇਤਰਫਲ, ਠੀਕ ਹੈ। ਤੋ ਅਸੀਂ ਉਹ ਖੇਤਰਫਲ ਫਾਈਂਡ ਆਊਟ ਕਰਨਾ ਹੈ। ਤੇ ਖੇਤਰਫਲ ਮੀਨਸ ਇੱਥੇ ਅਸੀਂ ਕੀ ਲਿਖਾਂਗੇ? ਏਰੀਆ ਆਫ ਟ੍ਰਪੀਜ਼ੀਅਮ, ਠੀਕ ਹੈ। ਟ੍ਰਪੀਜ਼ੀਅਮ ਜੋ ਕਿ ਕਿਹਦੇ ਇਕੁਅਲ ਆਏਗਾ? 1/2 ਸਮ ਆਫ ਦੀ ਪੈਰਲਲ ਸਾਈਡਸ, ਮਤਲਬ a plus b into ਹਾਈਟ ਬਿਟਵੀਨ them, ਠੀਕ ਹੈ। ਉਹ ਹਾਈਟ ਇਹਨਾਂ ਦੋਨਾਂ ਦੇ ਵਿਚਕਾਰ ਦੋ ਸਮਾਂਤਰ ਭੁਜਾਵਾਂ ਦੇ ਵਿਚਕਾਰ ਉਹ ਵੀ ਤੁਹਾਨੂੰ ਗਿਵਨ ਹੈਗੀ ਆ। ਤੇ ਸਾਰੀਆਂ ਸਾਈਡਸ ਮੀਟਰ ਵਿੱਚ ਹੀ ਗਿਵਨ ਹੈ, ਇਸ ਕਰਕੇ ਇੱਥੇ ਵਿੱਚ ਕੋਈ ਯੂਨਿਟ ਚੇਂਜ ਕਰਨ ਦੀ ਜ਼ਰੂਰਤ ਨਹੀਂ ਹੈ। ਤੋ ਪਹਿਲਾਂ a ਜਿਹੜੀ ਹੈ ਉਹ ਤੁਹਾਨੂੰ 1.2 ਮੀਟਰ ਦਿੱਤੀ ਹੈ ਤੇ b ਦੀ ਵੈਲਿਊ 1 ਮੀਟਰ ਹੈਗੀ ਆ। ਤੋ ਵਿਦਿਆਰਥੀਓ, ਉਚਾਈ ਜਿਹੜੀ h ਉਹ ਤੁਹਾਨੂੰ 0.8 ਮੀਟਰ ਗਿਵਨ ਹੈ, ਠੀਕ ਹੈ। ਹੁਣ ਤੁਸੀਂ ਕੀ ਕਰੋਗੇ? ਸਭ ਤੋਂ ਪਹਿਲਾਂ 1.2
2 ਦੇ ਵਿੱਚ 1 ਨੂੰ ਐਡ ਕਰੋਗੇ ਤੁਹਾਨੂੰ ਮਿਲੇਗਾ 2.2 ਠੀਕ ਹੈ। ਤਾਂ ਇੱਥੇ 2.2 ਤੁਹਾਨੂੰ ਮਿਲ ਜਾਏਗਾ 0.8 ਹੁਣ 2 ਨਾਲ ਇਹਨੂੰ ਜਦੋਂ ਤੁਸੀਂ ਕੱਟੋਗੇ ਤੇ ਇੱਥੇ 1.1 ਆਏਗਾ। So 1.1 into 0.8 when you multiply them you will get 0.88 ठीक है 88 मीटर ਸਕੁਅਰ ਜਿਹੜਾ ਆ ਉਹ ਇਸ ਟ੍ਰਪੀਜ਼ੀਅਮ ਆਕਾਰ ਦੇ ਟੇਬਲ ਦੇ ਦਾ ਖੇਤਰਫਲ ਹੋਵੇਗਾ ਮਤਲਬ ਇਹਦਾ ਏਰੀਆ ਓਕੇ। ਤੋ ਅਗਲਾ ਸਮ ਵਿੱਚੋਂ ਅਸੀਂ ਕਰਦੇ ਹਾਂ ਅਗਲਾ ਸਮ ਦੇ ਵਿੱਚ ਕੀ ਹੈ ਇੱਕ ਟ੍ਰਪੀਜ਼ੀਅਮ ਗਿਵਨ ਹੈ ਉਸ ਟ੍ਰਪੀਜ਼ੀਅਮ ਦਾ ਏਰੀਆ ਗਿਵਨ ਹੈ ਹੁਣ ਤੁਹਾਨੂੰ ਠੀਕ ਹੈ। ਤੋ ਅਸੀਂ ਸਭ ਤੋਂ ਪਹਿਲਾਂ ਇੱਥੇ ਟ੍ਰਪੀਜ਼ੀਅਮ ਬਣਾ ਲੈਂਦੇ ਹਾਂ ਇਸ ਟ੍ਰਪੀਜ਼ੀਅਮ ਦਾ ਏਰੀਆ ਜਿਹੜਾ ਉਹ ਗਿਵਨ ਹੈਗਾ ਅਰਾਊਂਡ 34 ਸੈਂਟੀਮੀਟਰ ਸਕੁਅਰ ਇੱਥੇ ਸੈਂਟੀਮੀਟਰ ਹੈ ਓਕੇ। ਤੇ ਵਿੱਚੋਂ ਲੈਂਥ ਆਫ ਦੀ ਵਨ ਸਾਈਡ ਆਫ ਦੀ ਪੈਰਲਰ ਸਾਈਡਸ ਇੱਕ ਗਿਵਨ ਹੈ ਇੱਕ ਵਿੱਚੋਂ 10 ਸੈਂਟੀਮੀਟਰ ਸਾਈਡ ਤੁਹਾਨੂੰ ਗਿਵਨ ਹੈਗੀ ਆ। ਦੂਸਰੀ ਸਾਈਡ ਜਿਹੜੀ ਆ ਉਹ ਤੁਸੀਂ ਫਾਈਂਡ ਆਊਟ ਕਰਨੀ ਹੈ ਮਤਲਬ b ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਜੇਕਰ ਇਹਨਾਂ ਦੋਨਾਂ ਸਮਾਂਤਰ ਭੁਜਾਵਾਂ ਦੇ ਵਿਚਕਾਰ ਦੀ ਦੂਰੀ ਜਿਹੜੀ ਆ ਡਿਸਟੈਂਸ ਯਾਨੀ ਕਿ ਹਾਈਟ 4 ਸੈਂਟੀਮੀਟਰ ਹੋਵੇ ਓਕੇ। ਤੋ ਵਿਦਿਆਰਥੀਓ ਅਸੀਂ ਕੀ ਕਰਾਂਗੇ ਅਸੀਂ ਇਹਦੇ ਵਿੱਚ ਮੰਨ ਲਾਂਗੇ ਕਿ ਸਮਲੰਬ ਸਮਲੰਬ ਦੀ ਦੂਸਰੀ ਸਮਾਂਤਰ ਭੁਜਾ ਜਿਹੜੀ ਹੈ ਉਹ ਕਿਹਦੇ ਬਰਾਬਰ ਹੈ ਉਸਨੂੰ ਅਸੀਂ b ਮੰਨ ਲੈਂਦੇ ਹਾਂ 20 ਸੈਂਟੀਮੀਟਰ ਠੀਕ ਹੈ। ਮੰਨ ਲਓ ਇੱਥੇ ਮੂਹਰੇ ਇਹ ਵੀ ਲਿਖਣਾ ਹੈਗਾ ਮੰਨ ਲਓ ਓਕੇ ਮਤਲਬ ਤੁਸੀਂ ਇੰਗਲਿਸ਼ ਮੀਡੀਅਮ ਵਾਲੇ ਬੱਚੇ ਕੀ ਲਿਖੋਗੇ ਸਪੋਜ਼ ਦੀ ਲੈਂਥ ਆਫ other parallel side ठीक है other parallel side of a trapezium that is equal to b centimeter। so बच्चों we know that the area of a trapezium ਜਿਹੜਾ ਹੈ ਉਹ ਕਿਹਦੇ ਇਕੁਅਲ ਹੁੰਦਾ trapezium ਦਾ ਏਰੀਆ ਹੁੰਦਾ ਹੈ 1/2 into a plus b ਯਾਨੀ ਕਿ ਸਮਾਂਤਰ ਭੁਜਾਵਾਂ ਦਾ ਜੋੜ into height ਠੀਕ ਹੈ। ਤੋ ਸਮਾਂਤਰ ਭੁਜਾਵਾਂ ਜਿਹੜੀਆਂ ਨੇ ਉਹ ਕੀ ਹੈ 10 ਇੱਕ 10 ਦਿੱਤੀ ਹੈ ਦੂਸਰੀ ਤੁਸੀਂ ਫਾਈਂਡ ਆਊਟ ਕਰਨੀ ਹੈ ਤੇ h ਵਿੱਚੋਂ 4 ਸੈਂਟੀਮੀਟਰ ਇੱਥੇ ਤੁਹਾਨੂੰ ਗਿਵਨ ਹੈ ਐਂਡ ਸੈਕੰਡਲੀ ਏਰੀਆ ਆਫ ਟ੍ਰਪੀਜ਼ੀਅਮ ਯਾਨੀ ਕਿ ਸਮਲੰਬ ਦਾ ਖੇਤਰਫਲ 34 ਸੈਂਟੀਮੀਟਰ ਤੁਹਾਨੂੰ ਗਿਵਨ ਵੀ ਹੈਗਾ ਠੀਕ ਹੈ। ਤੋ ਵਿਦਿਆਰਥੀਓ ਇਹ ਪਹਿਲਾਂ ਤੇ 2 into 2 4 ਹੁੰਦੇ ਨੇ ਤੇ 2 ਤੇ ਕੱਟ ਰਿਹਾ ਹੈਗਾ ਜਦੋਂ 2 ਤੇ ਕੱਟ ਰਿਹਾ ਉਸ ਤੋਂ ਬਾਅਦ ਵਿੱਚੋਂ 2 ਉੱਪਰ ਆ ਰਿਹਾ। ਤੋ ਇਹਨੂੰ ਸਿੰਪਲੀਫਾਈ ਕਰਨ ਲਈ ਅਸੀਂ ਕੀ ਆ 2 ਨਾਲ ਉੱਪਰ ਕਰਨ ਲਈ ਬੱਚਿਓ ਅਸੀਂ 2 ਨਾਲ ਦੋਨੋਂ ਸਾਈਡ ਤੇ ਡਿਵਾਈਡ ਕਰ ਦਾਂਗੇ ਜਦੋਂ ਤੁਸੀਂ ਡਿਵਾਈਡ ਕਰੋਗੇ ਆ 2 ਨਾਲ 2 ਕੱਟ ਗਿਆ ਤੋ ਇੱਥੋਂ 34 ਡਿਵਾਈਡ ਬਾਈ 2 ਜਿਹੜਾ ਹੈ 17 ਪ੍ਰਾਪਤ ਹੋਇਆ ਤੋ ਇਧਰੋਂ ਆਇਆ 10 plus b ਤੋ ਇਹਦਾ ਮਤਲਬ b ਦੀ ਵੈਲਿਊ ਜਿਹੜੀ ਅਦਰ ਪੈਰਲਰ ਸਾਈਡ ਹੈ ਉਹ ਕਿੱਦਾਂ ਫਾਈਂਡ ਆਊਟ ਕਰੋਗੇ 17 minus 10 that is equal to 7 ਸੈਂਟੀਮੀਟਰ ਠੀਕ ਹੈ। ਤੋ 7 ਸੈਂਟੀਮੀਟਰ ਦੂਸਰੀ ਸਮਾਂਤਰ ਭੁਜਾ ਦੀ ਲੰਬਾਈ ਜਿਹੜੀ ਆ ਉਹ ਆ ਗਈ ਤੁਹਾਡੇ ਕੋਲ 7 ਸੈਂਟੀਮੀਟਰ ਓਕੇ। ਤੋ ਵਿਦਿਆਰਥੀਓ ਇਹ ਸੀ ਸੈਕਿੰਡ ਸਮ। ਆਓ ਵਿਦਿਆਰਥੀਓ ਅਗਲਾ ਸਮ ਕਰਦੇ ਹਾਂ ਅਗਲੇ ਸਮ ਦੇ ਵਿੱਚ ਕੀ ਆ ਲੈਂਥ ਆਫ a fence of a trapezium shaped field ABCD is 120 ਮੀਟਰ BC ਸਾਈਡ ਇਹਦੇ ਵਿੱਚ 48 ਮੀਟਰ ਗਿਵਨ ਹੈ CD ਸਾਈਡ ਜਿਹੜੀ ਹੈ ਉਹ ਵੀ ਗਿਵਨ ਹੈਗੀ ਆ ਠੀਕ ਹੈ ਉਹ ਕਿੰਨੀ ਹੈ 17 ਸੈਂਟੀਮੀਟਰ ਤੇ AD ਸਾਈਡ ਜਿਹੜੀ ਆ ਉਹ ਕਿੰਨੀ ਹੈ 40 ਮੀਟਰ ਸਾਰੀਆਂ ਮੀਟਰ ਵਿੱਚ ਗਿਵਨ ਹੈ ਬੱਚੋ। ਤੇ ਏਰੀਆ ਆਫ ਦਿਸ ਫੀਲਡ ਅਸੀਂ ਫਾਈਂਡ ਆਊਟ ਕਰਨਾ ਹੈ ਜੇਕਰ ਜਿਹੜੀ AB ਸਾਈਡ ਆ ਉਹਨੂੰ ਅਸੀਂ ਪਰਪੈਂਡੀਕੂਲਰ ਮੰਨ ਲਈਏ ਮਤਲਬ ਕਿ AB ਸਾਈਡ ਜਿਹੜੀ ਆ ਉਹ ਪਰਪੈਂਡੀਕੂਲਰ ਹੈ ਤੇ ਪੈਰਲਲ ਟੂ ਦੀ ਸਾਈਡਸ ਕਿਹੜੀਆਂ ਸਾਈਡ ਆ AD ਤੇ BC ਇਹਦਾ ਮਤਲਬ ਇਹ ਟ੍ਰਪੀਜ਼ੀਅਮ ਆਕਾਰ ਹੋ ਗਿਆ ਜਿਹਦੇ ਵਿੱਚ BC ਦੀ ਵੈਲਿਊ ਕਿੰਨੀ ਦਿੱਤੀ ਹੈ 48 ਸੈਂਟੀਮੀਟਰ ਜਿਹੜੀ CD ਦੀ ਵੈਲਿਊ ਹੈ ਮੀਟਰ ਦੇ ਵਿੱਚ ਸੌਰੀ ਤੇ 17 ਮੀਟਰ ਓਕੇ AD ਦੀ ਵੈਲਿਊ ਕਿੰਨੀ ਗਿਵਨ ਹੈ 40 ਮੀਟਰ ਠੀਕ ਹੈ। AB ਵੈਲਿਊ ਜਿਹੜੀ ਆ ਉਹ ਤੁਸੀਂ ਫਾਈਂਡ ਆਊਟ ਕਰਨੀ ਹੈ ਤੇ ਨਾਲ ਹੀ ਵਿੱਚੋਂ ਇਹ ਕਿਹਾ ਗਿਆ ਹੈ ਕਿ ਜਿਹੜੀ AB ਆ ਇਹ ਇੱਕ ਪਰਪੈਂਡੀਕੂਲਰ ਹੈ ਇਹਦਾ ਮਤਲਬ ਦੋ ਸਮਾਂਤਰ ਭੁਜਾਵਾਂ ਦੇ ਵਿਚਕਾਰ ਦੀ ਡਿਸਟੈਂਸ ਜਿਹਨੂੰ ਅਸੀਂ h ਮੰਨਾਂਗੇ ਉਹ ਵੀ ਇਹੀ ਹੈ ਠੀਕ ਹੈ। ਤੋ ਸਭ ਤੋਂ ਪਹਿਲਾਂ ਸਾਨੂੰ ਕੰਮ ਹੋਏਗਾ ਇੱਥੇ h ਫਾਈਂਡ ਆਊਟ ਕਰਨਾ h ਕਿੱਦਾਂ ਕੱਢਾਂਗੇ ਉਹਦੇ ਲਈ ਵਿੱਚੋਂ ਜਿਹੜੀਆਂ ਸਾਰੀਆਂ ਸਾਈਡਾਂ ਦਾ ਜੋੜ ਮਤਲਬ ਕਿ ਸਾਰੀਆਂ ਸਾਈਡਾਂ ਦਾ ਜੋੜ ਉਹ ਤੁਹਾਨੂੰ ਦੇ ਦਿੱਤਾ ਹੈ ABCD ਦਾ 120 ਮੀਟਰ ਮੀਨਸ AB plus BC plus CD plus AD ਠੀਕ ਹੈ that is equal to 120 ਮੀਟਰ ਠੀਕ ਹੈ ਇਹ ਗਿਵਨ ਹੈਗਾ 120 ਤੁਸੀਂ ਦੇ ਵਿੱਚੋਂ ਇਹਨਾਂ ਸਾਰੀਆਂ ਤਿੰਨ ਭੁਜਾਵਾਂ ਜਿਹੜੀਆਂ ਗਿਵਨ ਹੈਗੀਆਂ ਉਹਨਾਂ ਨੂੰ ਜੋੜ ਕੇ ਅਗਰ ਤੁਸੀਂ 120 ਚੋਂ ਮਾਈਨਸ ਕਰ ਦਿਓ ਤੁਹਾਨੂੰ AB ਦੀ ਵੈਲਿਊ ਮਿਲ ਜਾਏਗੀ ਤੋ that means ਸਾਡਾ ਫਾਰਮੂਲਾ ਕੀ ਆਏਗਾ h ਫਾਈਂਡ ਆਊਟ ਕਰਨ ਦਾ 120 minus BC plus CD plus DA ਠੀਕ ਹੈ DA ਓਕੇ। ਤਾਂ ਇਹਨਾਂ ਦੀਆਂ ਵੈਲਿਊ ਪੁੱਟ ਕਰਦੇ ਆ ਇਹਨਾਂ ਦੀਆਂ ਵੈਲਿਊ ਜਦੋਂ ਤੁਸੀਂ ਪੁੱਟ ਕਰੋਗੇ BC ਦੀ ਵੈਲਿਊ ਵਿੱਚ 48 ਹੈ ਉਸ ਤੋਂ ਬਾਅਦ CD ਜਿਹੜਾ 17 ਹੈ ਓਕੇ ਤੇ AD ਜਿਹੜਾ ਉਹ 40 ਹੈਗਾ ਠੀਕ ਹੈ। ਜਦੋਂ ਤੁਸੀਂ ਇਹਨਾਂ ਨੂੰ ਜੋੜੋਗੇ 40 plus 17 65 ਹੋ ਗਏ 48 plus 17 65 ਦੇ ਵਿੱਚ 40 ਜਦੋਂ ਐਡ ਕੀਤੇ ਤਾਂ ਵਿੱਚੋਂ 105 ਪ੍ਰਾਪਤ ਹੋਇਆ ਜਦੋਂ ਦੋਨਾਂ ਨੂੰ ਤੁਸੀਂ ਮਾਈਨਸ ਕੀਤਾ
ਤੇ ਤੁਹਾਨੂੰ ਮਿਲ ਗਏ 15 ਠੀਕ ਹੈ ਮੀਟਰ। तो ਇਹ ਆ ਗਈ ਉਚਾਈ। h ਦੀ ਵੈਲਿਊ ਸਾਨੂੰ ਮਿਲ ਗਈ। ਹੁਣ ਅਸੀਂ ਏਰੀਆ ਆਫ ਟ੍ਰਪੀਜ਼ੀਅਮ ਠੀਕ ਹੈ, ਏਰੀਆ ਆਫ ਟ੍ਰਪੀਜ਼ੀਅਮ ਪੰਜਾਬੀ ਮੀਡੀਅਮ ਵਾਲੇ ਬੱਚੇ ਜਿਹੜੇ ਆ ਇੱਥੇ ਕੀ ਲਿਖ ਦੇਣਗੇ ਸਮਲੰਬ ਦਾ ਖੇਤਰਫਲ ਠੀਕ ਹੈ। ਸਮਲੰਬ ਦਾ ਖੇਤਰਫਲ that will be equal to ਟ੍ਰਪੀਜ਼ੀਅਮ ਕਿਹੜੀ ਆ ABCD, ਉਹਦਾ ਖੇਤਰਫਲ ਕਿਹਦੇ ਇਕੁਅਲ ਆਏਗਾ ਸਮਾਂਤਰ ਭੁਜਾਵਾਂ ਦਾ ਜੋੜ। ਸਮਾਂਤਰ ਭੁਜਾਵਾਂ ਕਿਹੜੀਆਂ ਆਈਆਂ, ਇੱਕ ਤਾਂ BC ਆ ਗਈ ਠੀਕ ਹੈ, ਤੇ ਦੂਸਰੀ ਕਿਹੜੀ ਆ ਗਈ AD। तो BC plus AD into H यानी कि AB ठीक है। तो ਇਹਦੀ ਵੈਲਿਊ ਜਿਹੜੀ ਹੈ ਜਦੋਂ ਤੁਸੀਂ ਪੁੱਟ ਕਰੋਗੇ BC ਦੀ ਵੈਲਿਊ ਇੱਥੇ ਵਿੱਚੋਂ 48 ਹੈ ਪਲੱਸ AD ਦੀ ਵੈਲਿਊ 40 ਹੈ ਇਨਟੂ ਉਚਾਈ ਜਿਹੜੀ ਹੈ ਉਹ ਤੁਸੀਂ ਕੱਢ ਲਈ ਹੈ 15। ਵੈਨ ਯੂ ਸੋਲਵ ਇਟ 40 ਦੇ ਵਿੱਚ ਤੁਸੀਂ 48 ਨੂੰ ਐਡ ਕੀਤਾ ਤੁਹਾਨੂੰ ਮਿਲੇਗਾ 88 ਠੀਕ ਹੈ। ਕਿੰਨਾ ਮਿਲੇਗਾ 88 ਮਿਲ ਜਾਏਗਾ। ਤੇ ਵਿਦਿਆਰਥੀਓ ਫਿਰ 44 ਤੇ 2 ਨਾਲ ਕੱਟ ਜਾਏਗਾ 44 into 15 ਜਦੋਂ ਤੁਸੀਂ ਇਹਨਾਂ ਦੀ ਮਲਟੀਪਲੀਕੇਸ਼ਨ ਕਰੋਗੇ ਤੁਹਾਨੂੰ ਪ੍ਰਾਪਤ ਹੋਏਗਾ 660 ਮੀਟਰ ਸਕੁਅਰ ਠੀਕ ਹੈ। ਸੋ ਦਿਸ ਇਜ਼ ਦੀ ਏਰੀਆ ਆਫ ਦਿਸ ABCD field which is in the shape of a trapezium ਠੀਕ ਹੈ। trapezium shape ਦੇ ਜਿਹੜਾ ਆਕਾਰ ਦਾ ABCD ਫਲ ਸੀਗਾ ਉਹ ਕਿੰਨਾ ਆ ਗਿਆ 660 ਮੀਟਰ ਸਕੁਅਰ ਠੀਕ ਹੈ। ਤੋ ਕੀ ਸੀਗਾ ਇਹਦੇ ਵਿੱਚ ਦੇਖੋ ਇੱਕ ਵਾਰ ਫਿਰ ਦੇਖ ਲੈਂਦੇ ਆ ਕਿ ਸਮਲੰਬ ਆਕਾਰ ਦੇ ਖੇਤ ਦੀ ਵਾੜ ਦੀ ਲੰਬਾਈ ਮਤਲਬ ਕਿ ਜਿਹੜੀਆਂ ਆਲੇ ਦੁਆਲੇ ਆ ਜਿਹੜੀ ਵਾੜ ਹੈਗੀ ਆ ਇਹਦੀ ਲੰਬਾਈ ਤੁਹਾਨੂੰ ਦਿੱਤੀ ਸੀ 120 ਮੀਟਰ ਮਤਲਬ ਇਹਦਾ ਪੈਰੀਮੀਟਰ ਦੇ ਦਿੱਤਾ ਸੀ ਇੱਕ ਤਰ੍ਹਾਂ ਨਾਲ ਠੀਕ ਹੈ। ਉਹਨਾਂ ਵਿੱਚੋਂ ਤਿੰਨਾਂ ਦੀ ਲੰਬਾਈ ਤੁਹਾਨੂੰ ਪਤਾ ਸੀ ਤੇ ਇੱਕ ਦੀ ਲੰਬਾਈ ਤੁਸੀਂ ਕੱਢਣੀ ਸੀ। ਕਿੱਦਾਂ ਕੱਢਣੀ, ਤਿੰਨਾਂ ਨੂੰ ਜੋੜ ਕੇ 120 ਦੇ ਵਿੱਚੋਂ ਮਾਈਨਸ ਕਰ ਦੇਣਾ ਸੀ ਠੀਕ ਹੈ। ਉਹ 15 ਪ੍ਰਾਪਤ ਹੋਇਆ। ਉਸ ਤੋਂ ਬਾਅਦ ਏਰੀਆ ਆਫ ਟ੍ਰਪੀਜ਼ੀਅਮ ਫਾਈਂਡ ਆਊਟ ਕਰਨ ਲਈ ਅਸੀਂ ਕੀ ਕੀਤਾ, ਅਸੀਂ ਫਾਰਮੂਲਾ ਲਗਾਤਾ ਜਿਹਦੇ ਵਿੱਚ ਤੁਹਾਨੂੰ ਸਮਾਂਤਰ ਭੁਜਾਵਾਂ ਦੀ ਲੰਬਾਈ ਜਿਹੜੀ ਉਹ ਗਿਵਨ ਹੈਗੀ ਆ। ਸਮਾਂਤਰ ਭੁਜਾਵਾਂ ਕਿਹੜੀਆਂ ਇੱਕ BC ਤੇ ਇੱਕ AD। ਦੋਨਾਂ ਨੂੰ ਜੋੜ ਦਿੱਤਾ, ਜੋੜ ਕੇ ਤੁਹਾਨੂੰ 88 ਪ੍ਰਾਪਤ ਹੋਇਆ। ਇਹ 2 ਤੇ ਕੱਟ ਗਿਆ 44 ਤੇ 2 ਨਾਲ ਕੱਟ ਜਾਏਗਾ ਤੇ ਵਿਦਿਆਰਥੀਓ 44 ਦੀ 15 ਨਾਲ ਗੁਣਾ ਕਰਨ ਤੇ 660 ਮੀਟਰ ਸਕੁਅਰ ਜਿਹੜਾ ਇਹਦਾ ਏਰੀਆ ਆ ਗਿਆ ABCD ਜਿਹੜਾ ਖੇਤ ਹੈਗਾ ਠੀਕ ਹੈ, ਜੋ ਕਿ ਟ੍ਰਪੀਜ਼ੀਅਮ ਆਕਾਰ ਦਾ ਸੀਗਾ ਓਕੇ। ਸੋ ਆਓ ਵਿੱਚੋਂ ਵੱਧਦੇ ਹਾਂ ਅਗਲੇ ਸਵਾਲ ਵੱਲ। ਇਹ ਕੀ ਹੈਗਾ ਕਿ diagonal of a quadrilateral shaped field is 24 ਮੀਟਰ ਠੀਕ ਹੈ and perpendicular drop on it from the remaining opposite vertices ਜੋ opposite vertices ਦਿੱਤੇ ਨੇ ਠੀਕ ਹੈ R ਕਿੰਨੇ ਹੈਗੇ ਨੇ 8 ਮੀਟਰ ਐਂਡ 13 ਮੀਟਰ। ਮਤਲਬ ਕਿ ਇੱਕ ਟ੍ਰਪੀਜ਼ੀਅਮ ਆਕਾਰ ਦਾ ਇਹਦੇ ਵਿੱਚ ਟ੍ਰਪੀਜ਼ੀਅਮ ਆਕਾਰ ਦਾ ਕੀ ਹੈ ਕਿ ਸ਼ੇਪ ਦਾ ਖੇਤ ਹੈਗਾ ਇੱਥੇ ਠੀਕ ਹੈ। ਖੇਤ ਦੇ ਵਿੱਚ ਕੀ ਹੈ ਇਹਨੂੰ A ਮੰਨ ਲੈਂਦੇ ਆ ਠੀਕ ਹੈ, ਇਹਨੂੰ ਵਿੱਚੋਂ B ਮੰਨ ਲੈਂਦੇ ਆ, ਆਹ C ਹੋ ਗਿਆ ਤੇ ਇਹਨੂੰ D ਮੰਨ ਲੈਂਦੇ ਆ ਠੀਕ ਹੈ ਜੀ। ਤੋ ਇਹਦੇ ਵਿੱਚ ਆਹ ਜਿਹੜਾ ਇਹਨੂੰ ਪੁਆਇੰਟ ਤੁਸੀਂ E ਮੰਨ ਲਓ ਔਰ ਇਹਨੂੰ ਮੰਨ ਲੈਂਦੇ ਵਿੱਚੋਂ F ਓਕੇ। ਤੋ ਵਿਦਿਆਰਥੀਓ ਦੇ ਵਿੱਚ ਹੈ ਕਿ ਇੱਕ ਵਿਕਰਨ ਜਿਹੜਾ ਆ ਉਹ 24 ਦੇ ਗਿਵਨ ਹੈ ਮਤਲਬ ਆ AC ਦੀ ਵੈਲਿਊ ਗਿਵਨ ਹੈਗੀ ਆ ਠੀਕ ਹੈ। ਤੋ AC ਜਿਹੜਾ ਆ that is equal to 24 ਮੀਟਰ ਤੇ ਦੋ ਵਿੱਚੋਂ ਇੱਥੇ ਪਰਪੈਂਡੀਕੂਲਰ ਦੇ ਦਿੱਤੇ ਆ ਜਿਹੜੇ ਕਿ ਡ੍ਰੌਪ ਕੀਤੇ ਨੇ ਹੈਡ ਤੋਂ ਆਪੋਜ਼ਿਟ ਇਹਦੇ ਵਿੱਚ ਜਿਹੜੇ ਨੇ ਇਹਦੇ ਸਿਖਰ ਹੈਗੇ ਨੇ ਇਸ ਟ੍ਰਪੀਜ਼ੀਅਮ ਆਕਾਰ ਦੇ ਖੇਤ ਦੇ ਵਿੱਚ। ਤੋ ਇੱਥੇ ਮਤਲਬ ਕਿ ਇਹ BE ਦੀ ਵੈਲਿਊ ਤੁਹਾਨੂੰ ਗਿਵਨ ਹੈਗੀ ਆ 13 ਮੀਟਰ ਔਰ DF ਜਿਹੜਾ ਹੈ ਇਹ 8 ਮੀਟਰ ਇੱਥੇ ਗਿਵਨ ਹੈਗਾ ਠੀਕ ਹੈ। ਤਾਂ ਤੁਸੀਂ ਕੀ ਫਾਈਂਡ ਆਊਟ ਕਰਨਾ, ਤੁਸੀਂ ਇਸ ਫੀਲਡ ਦਾ ਜਿਹੜਾ ਏਰੀਆ ਫਾਈਂਡ ਆਊਟ ਕਰਨਾ। ਤਾਂ ਵਿਦਿਆਰਥੀਓ ਧਿਆਨ ਨਾਲ ਦੇਖੋ ਇੱਥੇ ਇੱਕ ਟ੍ਰਾਇੰਗਲ ਬਣਦੀ ਪਈ ਹੈ ਤੇ ਟ੍ਰਾਇੰਗਲ ਦੇ ਦਾ ਖੇਤਰਫਲ ਦਾ ਫਾਰਮੂਲਾ ਕੀ ਹੋਏਗਾ ਜਦੋਂ ਤੁਹਾਨੂੰ ਇੱਕ ਜਿਹੜਾ ਐਲਟੀਟਿਊਡ ਗਿਵਨ ਹੋਵੇ ਤਾਂ ਇੱਕ ਬੇਸ ਗਿਵਨ ਹੋਵੇ ਤਾਂ ਫਾਰਮੂਲਾ ਹੁੰਦਾ ਹੈ ਟ੍ਰਾਇੰਗਲ ਦੇ ਏਰੀਏ ਦਾ ਏਰੀਆ ਆਫ ਟ੍ਰਾਇੰਗਲ that is equal to 1/2 into ਬੇਸ ਮਤਲਬ ਆਧਾਰ ਗੁਣਾ ਲੰਬ ਮਤਲਬ ਉਚਾਈ ਠੀਕ ਹੈ। ਲੰਬ ਮਤਲਬ ਉਚਾਈ ਮਤਲਬ ਐਲਟੀਟਿਊਡ ਠੀਕ ਹੈ। ਸੋ ਫਾਰਮੂਲਾ ਕੀ ਹੁੰਦਾ 1/2 ਆਧਾਰ ਗੁਣਾ ਲੰਬ ਓਕੇ। ਇਹ ਫਾਰਮੂਲਾ ਹੁੰਦਾ ਹੈ ਤਾਂ ਇਹੀ ਫਾਰਮੂਲਾ ਅਸੀਂ ਇੱਥੇ ਲਗਾਵਾਂਗੇ। ਆਧਾਰ ਮੀਨਸ ਬੇਸ, ਲੰਬ ਮੀਨਸ ਹਾਈਟ ਠੀਕ ਹੈ। ਤਾਂ ਦੋ ਟ੍ਰਾਇੰਗਲ ਦਿੱਤੀਆਂ ਨੇ ਤਾਂ ਇਟ ਮੀਨਸ ਏਰੀਆ ਆਫ ਟ੍ਰਪੀਜ਼ੀਅਮ ਠੀਕ ਹੈ। ਏਰੀਆ ਆਫ ਟ੍ਰਪੀਜ਼ੀਅਮ ਪੰਜਾਬੀ ਮੀਡੀਅਮ ਵਾਲੇ ਬੱਚੇ ਇੱਥੇ ਕੀ ਲਿਖਣਗੇ ਸਮਲੰਬ ਦਾ ਖੇਤਰਫਲ ਠੀਕ ਹੈ। ਤਾਂ that will be equal to ਏਰੀਆ ਆਫ ਟ੍ਰਾਇੰਗਲ ABC plus ਏਰੀਆ ਆਫ ਟ੍ਰਾਇੰਗਲ ਦੇਖੋ ABC ਇਹ ਵਾਲੀ ABC ਇਹ ਟ੍ਰਾਇੰਗਲ ਹੋ ਗਈ, ਦੂਸਰੀ ਕੀ ਹੈ ਏਰੀਆ ਆਫ ਟ੍ਰਾਇੰਗਲ ADC ਠੀਕ ਹੈ। ਤੋ ਇਹ ਫਾਰਮੂਲਾ ਲਗਾਓਗੇ ਜਦੋਂ ਤੁਸੀਂ ਵਿੱਚੋਂ ਫਾਰਮੂਲਾ ਅਪਲਾਈ ਕਰੋਗੇ ਦੇਖੋ ਇਹਦੇ ਵਿੱਚ ABC ਦਾ ਖੇਤਰਫਲ AB ਲਈ ਵਿੱਚੋਂ AC ਜਿਹੜਾ ਹੈ ਉਹ ਕੀ ਆ ਗਿਆ, ਉਹ ਆ ਗਿਆ ਵਿੱਚੋਂ ਇਹਦੇ ਲਈ ਬੇਸ ਠੀਕ ਹੈ ਇਨਟੂ ਜਿਹੜੀ BE ਹੈ BE ਇਹਦਾ ਲੰਬ ਆ ਜਾਣਾ ਓਕੇ। ਅਗਲਾ ਫਾਰਮੂਲਾ 1/2 ਇਨਟੂ ਇਹਦੇ ਵਿੱਚ ਕੀ ਆ ਜਾਏਗਾ ਦੇਖੋ ਫਿਰ ਬੇਸ ਜਿਹੜਾ ADC ਲਈ ਵੀ AC ਆਊਗਾ ਗੁਣਾ ਇੱਥੇ ਆ ਜਾਏਗਾ FD ਠੀਕ ਹੈ। FD ਦੀ ਵੈਲਿਊ ਤੁਹਾਨੂੰ
ਜਾਂ DF ਦੀ ਵੈਲਿਊ ਵੀ ਗਿਵਨ ਹੈ। तो AC ਤੇ 1/2 ਵਿੱਚੋਂ ਕਾਮਨ ਆਉਣ ਕਰਕੇ ਇਹਨੂੰ ਅਸੀਂ ਬਾਹਰ ਕੱਢ ਲੈਂਦੇ ਆ ਤੇ ਅੰਦਰ ਕੀ ਬਚਿਆ BE plus FD, ਠੀਕ ਹੈ। ਸੋ that means ਇਹ ਟ੍ਰਪੀਜ਼ੀਅਮ ਦਾ ਉਹੀ ਫਾਰਮੂਲਾ ਬਣ ਗਿਆ। ਇਸ ਤਰ੍ਹਾਂ ਬਣਿਆ 1/2 AC ਦੀ ਵੈਲਿਊ ਯਾਨੀ ਕਿ ਡਾਇਗਨਲ ਜਿਹੜਾ ਸੀਗਾ ਉਹ ਹੁਣ 24 ਇੱਥੇ ਪੁੱਟ ਕਰਾਂਗੇ ਤੇ BE ਦੀ ਵੈਲਿਊ ਵਿੱਚੋਂ 13 ਸੀਗੀ, FD ਦੀ ਵੈਲਿਊ ਵਿੱਚੋਂ 8 ਹੈਗੀ ਆ। ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ 24 12 ਦੂਣਾ 24 ਹੋ ਜਾਣਾ, 13 ਜਮਾ 8 ਕਿੰਨਾ ਹੋ ਗਿਆ 21, ਠੀਕ ਹੈ। ਇਹ 12 ਦੂਣਾ 24 ਤੇ ਕੱਟ ਰਹੀ ਹੈ, ਤਾਂ 12 ਨੂੰ ਜਦੋਂ ਤੁਸੀਂ 21 ਨਾਲ ਗੁਣਾ ਕਰੋਗੇ after multiplying it you will get 252 meter square, ठीक है। so this is the area of this trapezium field, ठीक है। trapezium shape ਦਾ ਜਿਹੜਾ field ਹੈਗਾ ਉਹਦਾ area ਇੰਨਾ ਫਾਰਮੂਲੇ ਦੇ ਅਕੋਰਡਿੰਗਲੀ ਆ ਰਿਹਾ ਹੈਗਾ। ਤੁਸੀਂ ਫਾਈਂਡ ਆਊਟ ਕਰ ਲਿਆ, ਕਿੱਦਾਂ ਫਾਈਂਡ ਆਊਟ ਕੀਤਾ, ਦੋ ਟ੍ਰਾਇੰਗਲਾਂ ਵਿੱਚ ਇਹਨੂੰ ਕਨਵਰਟ ਕਰ ਲਿਆ ਜਿੱਦਾਂ ਕਿ ਗਿਵਨ ਹੀ ਸੀਗਾ। तो ट्रायंगल ਦਾ ਏਰੀਆ ਦਾ ਫਾਰਮੂਲਾ 1/2 ਆਧਾਰ ਗੁਣਾ ਲੰਬ ਯਾਨੀ ਕਿ 1/2 ਬੇਸ ਇਨਟੂ ਐਲਟੀਟਿਊਡ ਇਹ ਲਗਾਤਾ। तो ਵਿਦਿਆਰਥੀਓ ਐਲਟੀਟਿਊਡ ਦੋਨਾਂ 'ਚ ਕਾਮਨ ਹੋਣ ਕਰਕੇ ਮੈਂ ਇਹਦੇ ਵਿੱਚੋਂ ਇਹਨੂੰ ਬਾਹਰ ਕੱਢ ਲਿਆ AC, तो ਇੱਥੇ ਇਨਟੂ BE plus FD ਜਿਹੜੇ ਆ ਉਹਦੀ ਵੈਲਿਊਜ਼ ਪੁੱਟ ਕਰ ਦਿੱਤੀਆਂ ਤੇ ਨਾਲ ਹੀ ਐਲਟੀਟਿਊਡ ਦੀ ਵੈਲਿਊ ਜੋ ਕਿ ਇੱਥੇ ਵਿਕਰਨ ਹੈਗਾ 24 ਉਹ ਪੁੱਟ ਕਰਤੀ। ਆਫਟਰ ਸੋਲਵਿੰਗ ਇਟ ਯੂ ਵਿਲ ਗੈਟ ਦੀ ਆਂਸਰ that is 252, ਠੀਕ ਹੈ, ਮੀਟਰ ਸਕੁਅਰ। ਓਕੇ, तो आओ प्यारे विद्यार्थियों अगला हुण रोम्बस ਦੇ ਨਾਲ ਸੰਬੰਧਿਤ ਜਿਹੜੇ ਸਵਾਲ ਹੈਗੇ ਆ ਉਹ ਕਰਦੇ ਆ। तो डायगोनल ऑफ रोम्बस ਇੱਥੇ ਦਿੱਤੇ ਨੇ। ਰੋਮਬਸ ਤੁਹਾਨੂੰ ਦੱਸਿਆ ਸੀਗਾ ਰੋਮਬਸ ਕੀ ਹੁੰਦੀ ਹੈ ਜਿਸ ਨੂੰ ਅਸੀਂ ਸਮ ਚਤੁਰਭੁਜ ਆਖਦੇ ਹਾਂ, ਠੀਕ ਹੈ। तो ਸਮ ਚਤੁਰਭੁਜ ਦੇ ਵਿੱਚ ਵਿਦਿਆਰਥੀਓ ਤੁਹਾਨੂੰ ਕੀ ਹੈ ਦੋ ਡਾਇਗੋਨਲ ਜਿਹੜੇ ਜੋ ਕਿ ਇੱਕ ਦੂਜੇ ਨੂੰ ਲੰਬ ਸਮ ਦੁਭਾਜਿਤ ਕਰਦੇ ਨੇ, ਮਤਲਬ ਕਿ 90 ਡਿਗਰੀ ਉੱਤੇ ਬਾਈਸੈਕਟ ਕਰਦੇ ਨੇ, ਉਹ ਡਾਇਗੋਨਲ ਦੀਆਂ ਵੈਲਿਊ ਦਿੱਤੀਆਂ D1 ਤੇ D2, ਠੀਕ ਹੈ। तो D1 ਇੱਥੇ ਕਿੰਨਾ ਦਿੱਤਾ ਹੈ 7.5 ਸੈਂਟੀਮੀਟਰ। ਇਹ ਬੱਚੇ ਕੁਐਸਚਨ ਆਉਣ ਦੇ ਚਾਂਸਿਸ ਮੈਕਸਿਮਮ ਹੁੰਦੇ ਨੇ ਕਿਉਂਕਿ ਸੌਖਾ ਹੈਗਾ ਤੇ ਪਾ ਦਿੰਦੇ ਨੇ ਆਮ ਤੌਰ ਤੇ, ਠੀਕ ਹੈ। तो ਵਿਦਿਆਰਥੀਓ ਇਹਦੇ ਵਿੱਚ ਹੁਣ ਅਸੀਂ ਕੀ ਆ ਸਮ ਚਤੁਰਭੁਜ ਦਾ ਖੇਤਰਫਲ ਕੱਢਣਾ ਹੈਗਾ, ਚਤੁਰਭੁਜ ਦਾ ਖੇਤਰਫਲ, ਠੀਕ ਹੈ। ਸਮ ਚਤੁਰਭੁਜ ਦਾ ਖੇਤਰਫਲ ਮੀਨਸ ਏਰੀਆ ਆਫ ਰੋਮਬਸ, ਠੀਕ ਹੈ। ਇਸ ਨੂੰ ਰੋਮਬਸ ਇੰਗਲਿਸ਼ ਦੇ ਵਿੱਚ ਆਖਦੇ ਹਨ। तो ਰੋਮਬਸ ਦਾ ਏਰੀਆ ਜਿਹੜਾ ਉਹ ਕੀ ਹੁੰਦਾ 1/2 ਇੰਟੂ ਪਹਿਲਾ ਵਿਕਰਨ ਗੁਣਾ ਦੂਜਾ ਵਿਕਰਨ, ਮਤਲਬ ਕਿ ਫਰਸਟ ਡਾਇਗਨਲ ਇੰਟੂ ਸੈਕਿੰਡ ਡਾਇਗਨਲ। ਪਹਿਲਾ ਵਿਕਰਨ ਇਹਦੇ ਵਿੱਚੋਂ 7.5 ਹੈ ਤੇ ਦੂਸਰਾ ਜਿਹੜਾ ਉਹ ਕਿੰਨਾ ਹੈਗਾ 12, ਠੀਕ ਹੈ। 7.5 ਨੂੰ ਨਾ ਛੇੜੋ ਤੁਸੀਂ, ਇਹ 12 ਤੇ ਈਵਨ ਨੰਬਰ ਹੋਣ ਕਰਕੇ 6 ਤੇ ਕੱਟ ਜਾਏਗਾ 2 ਨਾਲ, ਠੀਕ ਹੈ। 6 ਦੂਣੀ 12 ਹੋ ਗਏ ਤੇ 7.5 ਦੀ 6 ਨਾਲ ਗੁਣਾ ਕਰਨ ਤੇ ਵਿਦਿਆਰਥੀਓ ਦੀ ਗੁਣਾ ਕਰ ਲੈਣੀ ਹੈ। ਆਫਟਰ ਮਲਟੀਪਲਾਈਂਗ ਇਟ ਯੂ ਵਿਲ ਗੈਟ 45 ਮੀਟਰ ਸਕੁਅਰ, ਠੀਕ ਹੈ। ਯਾਨੀ ਕਿ ਮੀਟਰ ਸਕੁਅਰ ਇਹਦਾ ਕੀ ਆ ਜਾਏਗਾ ਏਰੀਆ ਆ ਜਾਏਗਾ ਸਮ ਚਤੁਰਭੁਜ ਦਾ ਜਿਸ ਦੇ ਦੋ ਵਿਕਰਨ ਜਿਹੜੇ ਆ ਉਹ ਗਿਵਨ ਸੀਗੇ, ਠੀਕ ਹੈ। आओ विद्यार्थियों अगला सवाल करते हैं क्वेश्चन नंबर 6 ਵਿੱਚ ਕੀ ਹੈ ਕਿ ਇੱਕ ਸਮ ਚਤੁਰਭੁਜ ਦਾ ਖੇਤਰਫਲ ਪਤਾ ਕਰੋ ਜਿਸ ਦੀ ਭੁਜਾ 6 ਸੈਂਟੀਮੀਟਰ, ਸਿਖਰ ਲੰਬ 4 ਸੈਂਟੀਮੀਟਰ ਤੇ ਜੇ ਇੱਕ ਵਿਕਰਨ ਦੀ ਲੰਬਾਈ 8 ਮੀਟਰ ਹੈ ਤਾਂ ਦੂਸਰੇ ਵਿਕਰਨ ਦੀ ਲੰਬਾਈ ਪਤਾ ਕਰੋ। ਮੀਨਸ ਫਾਈਂਡ ਦੀ ਏਰੀਆ ਆਫ ਰੋਮਬਸ whose side is 5 centimeter and altitude is 4.8 centimeter. If one of its diagonal is 8 centimeter along then find the length of the other diagonal also। ਤੇ ਵਿਦਿਆਰਥੀਓ ਇਹਦੇ ਵਿੱਚ ਕੀ ਫਾਰਮੂਲਾ ਲੱਗੇਗਾ, ਇਸ ਲਈ ਬੱਚੋ ਕੀ ਹੈ ਕਿ ਅਸੀਂ ਜਾਣਦੇ ਹਾਂ ਕਿ ਜਿਹੜੀ ਰੋਮਬਸ ਹੁੰਦੀ ਹੈ ਉਸ ਦੀ ਇੱਕ ਸਮਾਂਤਰ ਚਤੁਰਭੁਜ ਹੁੰਦੀ ਹੈ, ਠੀਕ ਹੈ। ਕੀ ਹੁੰਦੀ ਹੈ ਸਮਾਂਤਰ ਚਤੁਰਭੁਜ। ਓਕੇ, तो ਇਹ ਰੋਮਬਸ ਬਣਾਈ ਦੀ ਕਿੱਦਾਂ, ਇਸ ਤਰ੍ਹਾਂ ਅਸੀਂ ਪਹਿਲਾਂ ਵੀ ਬਣਾਈ ਸੀ। तो ਵਿਦਿਆਰਥੀਓ ਇਹ ਕੀ ਹੈ ਸਮਾਂਤਰ ਚਤੁਰਭੁਜ ਮਤਲਬ ਪੈਰਲੋਗ੍ਰਾਮ ਹੁੰਦੀ ਹੈ ਜਿਸ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ, ਠੀਕ ਹੈ। ਕੀ ਹੁੰਦੀਆਂ ਨੇ ਸਾਰੀਆਂ ਭੁਜਾਵਾਂ ਬਰਾਬਰ, तो A B C ਤੇ D, ਠੀਕ ਹੈ। ਇਹ ਵਿੱਚੋਂ ਇਹਦੇ ਵਿੱਚ ਜਿਹੜੀਆਂ AB ਜਿਹੜਾ ਆ ਇੱਥੇ AB ਦੀ ਵੈਲਿਊ BC ਦੇ ਬਰਾਬਰ ਆਊਗੀ, CD ਦੇ ਬਰਾਬਰ ਆਊਗੀ ਤੇ CD ਵਿੱਚੋਂ AD ਦੇ, ਮਤਲਬ ਆਪਸ ਦੇ ਵਿੱਚ ਸਾਰੀਆਂ ਬਰਾਬਰ ਹੋਣਗੀਆਂ। ਤੇ ਵਿਦਿਆਰਥੀਓ ਇਸ ਵਿੱਚ ਇੱਕ ਭੁਜਾ ਜਿਹੜੀ ਹੈ ਮੰਨ ਲਓ ਆ 6 ਸੈਂਟੀਮੀਟਰ ਤੁਹਾਨੂੰ ਗਿਵਨ ਹੈ, ਇਹਦਾ ਮਤਲਬ ਸਾਰੀਆਂ ਦੀਆਂ ਸਾਰੀਆਂ 6 ਸੈਂਟੀਮੀਟਰ ਇਹਦੇ ਵਿੱਚ ਆ ਗਈਆਂ, ਠੀਕ ਹੈ। ਤੇ ਵਿਦਿਆਰਥੀਓ ਚਤੁਰਭੁਜ ਦਾ ਖੇਤਰਫਲ ਉਹੀ ਰਹੂਗਾ ਚਾਹੇ ਤੁਸੀਂ ਸਾਈਡਾਂ ਤੋਂ ਕੱਢੋ ਚਾਹੇ ਤੁਸੀਂ ਵਿਕਰਨਾਂ ਤੋਂ ਕੱਢੋ, ਠੀਕ ਹੈ। ਇਹਦਾ ਜੋ ਚਤੁਰਭੁਜ ਹੈ ਰੋਮਬਸ ਹੈ ਉਹਦਾ ਖੇਤਰਫਲ ਉਹੀ ਰਹੇਗਾ ਜੋ ਸਮਾਂਤਰ ਚਤੁਰਭੁਜ ਦਾ ਖੇਤਰਫਲ ਹੁੰਦਾ ਹੈ। ਵਿਦਿਆਰਥੀਓ ਸਮ ਚਤੁਰਭੁਜ ਦਾ ਖੇਤਰਫਲ ਮਤਲਬ ਕਿ ਰੋਮਬਸ ਨੂੰ ਅਸੀਂ ਸਮ ਚਤੁਰਭੁਜ ਕਹਾਂਗੇ, ਠੀਕ ਹੈ। ਰੋਮਬਸ ਦਾ ਏਰੀਆ ਇੱਥੇ ਤੁਸੀਂ ਕੀ ਲਿਖੋਗੇ ਏਰੀਆ ਆਫ ਰੋਮਬਸ, ਇਹਦੇ ਇਕੁਅਲ ਆਏਗਾ ਆਧਾਰ, ਮੈਂ ਪੰਜਾਬੀ ਚ ਵੀ ਲਿਖ ਦਿੰਦਾ, ਠੀਕ ਹੈ।
2 ਲੈਂਗੁਏਜ 'ਚ ਲਿਖਣਾ ਬੱਚੇ ਬਹੁਤ ਔਖਾ ਹੁੰਦਾ ਹੈ। ਸਮਚਤੁਰਭੁਜ ਦਾ ਖੇਤਰਫਲ, ਠੀਕ ਹੈ? ਫਿਰ ਵੀ ਮੈਂ ਤੁਹਾਡੇ ਲਈ ਕੋਸ਼ਿਸ਼ ਕਰ ਰਿਹਾ ਬੱਚੋ। ਤੋ ਆਧਾਰ ਗੁਣਾ ਲੰਬ, ਓਕੇ? ਤੋ ਆਧਾਰ ਬੱਚੋ ਇੱਥੇ ਕੀ ਆ ਜਾਏਗਾ ਬੇਸ ਇੰਟੂ ਐਲਟੀਟਿਊਡ। ਐਲਟੀਟਿਊਡ ਇਹਦੇ ਵਿੱਚ ਬੱਚੋ ਤੁਹਾਨੂੰ ਗਿਵਨ ਹੈਗਾ, ਠੀਕ ਹੈ? ਸਾਥੀਓ ਇਸ ਦੀ ਐਲਟੀਟਿਊਡ ਜਿਹੜਾ ਉਹ ਕਿੰਨਾ ਗਿਵਨ ਹੈ? ਐਲਟੀਟਿਊਡ ਇੱਥੇ 4.8 ਸੈਂਟੀਮੀਟਰ, ਠੀਕ ਹੈ? 4.8 ਨਹੀਂ ਹੈ ਇਹ ਬੱਚੋ, ਕਈ ਬੁੱਕਸ ਦੇ ਵਿੱਚ 4.8 ਹੈ, ਕਈਆਂ 'ਚ 4 ਹੈਗਾ। ਤੋ ਇੱਥੇ 4 ਸੈਂਟੀਮੀਟਰ ਹੀ ਤੁਸੀਂ ਲਿਖੋ। 4 ਸੈਂਟੀਮੀਟਰ ਮੰਨ ਕੇ ਅਸੀਂ ਚੱਲਣਾ ਹੈਗਾ, ਠੀਕ ਹੈ? तो 4 ਸੈਂਟੀਮੀਟਰ ਹੈ, ਓਕੇ? तो 6 ਚੌਕਾ ਇਹ ਕਿੰਨਾ ਆ ਜਾਏਗਾ 24 ਸੈਂਟੀਮੀਟਰ ਸਕੁਅਰ, ਠੀਕ ਹੈ? ਇੱਥੋਂ ਬੱਚੋ ਇਹ ਕੀ ਆ ਗਿਆ ਇੱਕ ਸਮਚਤੁਰਭੁਜ ਦਾ ਖੇਤਰਫਲ, ਠੀਕ ਹੈ? ਇਸ ਤਰ੍ਹਾਂ ਕੱਢ ਲਿਆ ਤੇ ਹੁਣ ਅਸੀਂ ਡਾਇਗਨਲ ਦੀ ਲੈਂਥ ਕੱਢਣੀ ਹੈ। तो ਬੱਚੋ ਡਾਇਗਨਲ ਦੀ ਲੈਂਥ ਜਿਹੜੀ ਆ ਉਹ ਕਿੱਦਾਂ ਕੱਢੋਗੇ? ਹੁਣ ਦੇਖੋ ਸਮਚਤੁਰਭੁਜ ਦਾ ਖੇਤਰਫਲ ਮੀਨਸ ਏਰੀਆ ਆਫ ਟ੍ਰਪੀਜ਼ੀਅਮ, ਠੀਕ ਹੈ? ਏਰੀਆ ਆਫ ਟ੍ਰਪੀਜ਼ੀਅਮ that is equal to 1/2 into first diagonal into second diagonal, ठीक है? तो ਸਮਚਤੁਰਭੁਜ ਦਾ ਖੇਤਰਫਲ ਅਸੀਂ ਕੱਢ ਲਿਆ, ਉਹ ਆਇਆ 24 ਸੈਂਟੀਮੀਟਰ। 1/2 ਪਹਿਲਾ ਵਿਕਰਨ ਜਿਹੜਾ ਤੁਹਾਨੂੰ ਦਿੱਤਾ ਹੋਇਆ 8 ਸੈਂਟੀਮੀਟਰ, ਠੀਕ ਹੈ? तो into ਇੱਥੇ ਕੀ ਆ ਜਾਏਗਾ? ਨਾਲ ਆ ਜਾਏਗਾ ਬੱਚੋ ਦੂਸਰਾ ਵਿਕਰਨ ਜੋ ਅਸੀਂ ਕੱਢਣਾ ਹੈਗਾ, ਠੀਕ ਹੈ? तो 4 ਦੂਣੀ 8 ਪਿਆਰੇ ਵਿਦਿਆਰਥੀਓ, ਇਸ ਨੂੰ ਜਦੋਂ ਤੁਸੀਂ D2 ਦੇ ਲਈ ਸੋਲਵ ਕਰੋਗੇ ਤਾਂ ਇੱਥੇ 24/4 ਜੋ ਕਿ ਤੁਹਾਨੂੰ ਪ੍ਰਾਪਤ ਹੋ ਜਾਏਗਾ। ਦੇਖੋ ਇਹ 6 ਚੌਕਾ 24 ਹੋਣਗੇ ਤਾਂ 24 ਸੈਂਟੀਮੀਟਰ ਡਾਇਗਨਲ ਜਿਹੜਾ ਦੂਸਰਾ ਮਿਲ ਜਾਏਗਾ। ਇਹਦਾ ਆਂਸਰ ਆ ਗਿਆ 6 ਸੈਂਟੀਮੀਟਰ। ਪਹਿਲਾ ਵਿਕਰਨ ਕਿੰਨਾ ਸੀਗਾ? 8 ਸੈਂਟੀਮੀਟਰ ਤੇ ਦੂਸਰਾ ਆ ਗਿਆ 6 ਸੈਂਟੀਮੀਟਰ, ਠੀਕ ਹੈ? ਕਰਨਾ ਕੀ ਸੀ ਬੱਚੋ? ਇਹਦੇ ਵਿੱਚ ਦੇਖੋ ਇੱਕ ਸਮਚਤੁਰਭੁਜ ਦਾ ਖੇਤਰਫਲ ਪਤਾ ਕਰਨਾ ਸੀ ਪਹਿਲਾਂ ਤੇ, ਜਿਸਦੀ ਇੱਕ ਭੁਜਾ 6 ਸੈਂਟੀਮੀਟਰ ਹੈ, ਠੀਕ ਹੈ? ਤੇ ਸਿਖਰ ਲੰਬ ਜਿਹੜਾ ਆ ਉਹ 4 ਸੈਂਟੀਮੀਟਰ ਹੈ, ਓਕੇ? ਆਹ ਸਿਖਰ ਲੰਬ ਮੈਂ ਇੱਥੇ ਬਣਾ ਦਿੱਤਾ ਸੀ 4 ਸੈਂਟੀਮੀਟਰ, ਓਕੇ? ਤੇ ਵਿਦਿਆਰਥੀਓ ਦੇਖੋ ਇਹਨੂੰ ਕਰਨ ਦਾ ਤਰੀਕਾ ਕੀ ਹੈ? ਕਿਸ ਤਰ੍ਹਾਂ ਅਸੀਂ ਕਰਨਾ ਹੈਗਾ? ਇੰਗਲਿਸ਼ ਦੇ ਵਿੱਚ ਮੈਂ ਇੱਥੇ 4.8 ਸੈਂਟੀਮੀਟਰ ਲਿਖਿਆ ਸੀ, ਜਦ ਕਿ ਇਹ 4 ਸੈਂਟੀਮੀਟਰ ਹੀ ਲੈ ਕੇ ਤੁਸੀਂ ਕਰਿਓ, ਠੀਕ ਹੈ? ਤੋ ਵਿਦਿਆਰਥੀਓ ਇਹਦੇ ਵਿੱਚ ਪਹਿਲੀ ਗੱਲ ਇਹ ਹੈ ਕਿ ਜਿਹੜੀ ਸਮਚਤੁਰਭੁਜ ਹੁੰਦੀ ਹੈ ਮਤਲਬ ਰੋਮਬਸ ਹੁੰਦੀ ਹੈ ਉਹ ਇੱਕ ਸਮਾਂਤਰ ਚਤੁਰਭੁਜ ਹੀ ਹੈ ਜਿਸ ਵਿੱਚ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ। ਮਤਲਬ AB ਜਿਹੜਾ ਆ BC ਦੇ ਇਕੁਅਲ ਆ, BC CD ਦੇ ਇਕੁਅਲ ਹੋਊਗਾ ਤੇ AD ਜਿਹੜੀ ਆ ਉਹ ਕੀ ਆ ਉਹ ਆਪਸ ਦੇ ਵਿੱਚ ਮਤਲਬ ਕਿ ਸਾਰੀਆਂ ਬਰਾਬਰ ਹੋਣਗੀਆਂ। 1 2 3 4, ਠੀਕ ਹੈ? ਚਾਰੋਂ ਭੁਜਾਵਾਂ। ਇੱਕ ਭੁਜਾ ਤੁਹਾਨੂੰ ਦਿੱਤੀ ਸੀ 6 ਸੈਂਟੀਮੀਟਰ, ਇਟ ਮੀਨ ਸਾਰੀਆਂ ਬਰਾਬਰ ਆ ਗਈਆਂ। ਤੇ ਦੂਸਰੀ ਗੱਲ ਇਹ ਆ ਕਿ ਵਿਦਿਆਰਥੀਓ ਇਹਨਾਂ ਦੇ ਵਿਚਕਾਰ ਜਿਹੜੀ ਹੈ ਇਹ ਲੰਬ ਜਿਹੜਾ ਹੈਗਾ ਦਿੱਤਾ ਹੋਇਆ ਸਿਖਰ ਲੰਬ ਉਹ 4 ਸੈਂਟੀਮੀਟਰ ਹੈ, ਠੀਕ ਹੈ? ਤੋ ਇਹਦਾ ਮਤਲਬ ਇਹ ਕੀ ਹੈ ਇੱਕ ਸਮਾਂਤਰ ਚਤੁਰਭੁਜ ਮੀਨਸ ਪੈਰਲੋਗ੍ਰਾਮ ਹੀ ਹੋਗੀ ਤੇ ਪੈਰਲੋਗ੍ਰਾਮ ਦਾ ਏਰੀਆ ਜਿਹੜਾ ਆ ਉਹ ਸਮਚਤੁਰਭੁਜ ਦੇ ਬਰਾਬਰ ਹੀ ਹੋ ਜਾਊਗਾ ਰੋਮਬਸ ਦੇ, ਠੀਕ ਹੈ? ਉਹਦਾ ਫਾਰਮੂਲਾ ਹੁੰਦਾ ਹੈ ਆਧਾਰ ਗੁਣਾ ਲੰਬ, ਮਤਲਬ ਬੇਸ ਇਨਟੂ ਐਲਟੀਟਿਊਡ। तो 6 ਸੈਂਟੀਮੀਟਰ ਇੱਥੇ ਬੇਸ ਦਿੱਤਾ ਹੈ ਔਰ ਐਲਟੀਟਿਊਡ 4 ਸੈਂਟੀਮੀਟਰ ਹੈ। ਇਹਦਾ ਮਤਲਬ 6 ਚੌਕਾ 24 ਸੈਂਟੀਮੀਟਰ ਇਸ ਸਮਚਤੁਰਭੁਜ ਦਾ ਖੇਤਰਫਲ ਮਿਲ ਗਿਆ, ਠੀਕ ਹੈ? ਦੂਸਰਾ ਇਹਦੇ ਵਿੱਚ ਕੀ ਸੀਗਾ? ਦੂਸਰਾ ਇਹਦੇ ਵਿੱਚ ਵਿਦਿਆਰਥੀਓ ਅਸੀਂ ਡਾਇਗਨਲ ਫਾइंड ਆਊਟ ਕਰਨਾ ਸੀ, ਮਤਲਬ ਦੂਸਰਾ ਡਾਇਗਨਲ ਫਾइंड ਆਊਟ ਕਰਨਾ ਸੀ ਜੇਕਰ ਪਹਿਲਾ ਡਾਇਗਨਲ ਜਿਹੜਾ ਹੈ ਉਹ 8 ਸੈਂਟੀਮੀਟਰ ਹੋਵੇ। ਇੱਕ ਸਵਾਲ 'ਚ ਹੀ 2 ਸਵਾਲ ਪਾਤੇ। ਤੋ ਵਿਦਿਆਰਥੀਓ ਫਾਰਮੂਲਾ ਹੁਣ ਏਰੀਆ ਤੇ ਉਹੀ ਰਹੇਗਾ ਜੋ ਇਹਦਾ ਹੈ, ਠੀਕ ਹੈ? ਉਹ ਏਰੀਆ ਉਹੀ ਫਾਰਮੂਲਾ ਲਗਾ ਕੇ ਟ੍ਰਪੀਜ਼ੀਅਮ ਦਾ 1/2 ਬੇਸ ਸੌਰੀ 1 डायगोनल इंटू सेकंड डायगोनल 1 डायगोनल 8 ਸੈਂਟੀਮੀਟਰ ਹੈ। ਸੈਕੰਡ ਡਾਇਗੋਨਲ ਅਸੀਂ ਕੱਢਣਾ ਹੈ ਤੇ 4 ਦੂਣੀ 8 ਇਹ ਕੱਟ ਗਿਆ। ਉਸ ਤੋਂ ਬਾਅਦ 24 ਦੀ ਜਦੋਂ 4 ਨਾਲ ਡਿਵੀਜ਼ਨ ਕਰੋਗੇ ਤਾਂ 6 ਤੁਹਾਨੂੰ ਮਿਲੇਗਾ। 6 ਸੈਂਟੀਮੀਟਰ ਸੈਕੰਡ ਡਾਇਗੋਨਲ ਇਹਦਾ ਹੋਵੇਗਾ, ਓਕੇ? ਤੇ ਵਿਦਿਆਰਥੀਓ ਆਓ ਅਸੀਂ 7th ਸਮ ਵੱਲ ਵਧਦੇ ਹਾਂ। ਇਹ ਕੀ ਹੈ ਕਿ ਕਿਸੇ ਭਵਨ ਦੇ ਫਰਸ਼ ਦੇ ਸਮਚਤੁਰਭੁਜ ਦੇ ਆਕਾਰ ਦੀਆਂ 3000 ਟਾਈਲਾਂ ਹਨ, ਠੀਕ ਹੈ? ਮੀਨਸ ਫਲੋਰ ਆਫ ਅ ਬਿਲਡਿੰਗ ਕੰਸਿਸਟ ਆਫ 3000 tiles which are rhombus shaped, ਠੀਕ ਹੈ? rhombus shape ਦੇ ਵਿੱਚ ਹੈਗੀਆਂ and each of its diagonal ਹਰ ਇੱਕ ਦਾ diagonal ਜਿਹੜਾ ਹੈ, ਹਰ ਇੱਕ ਟਾਇਲ ਦਾ diagonal ਜਿਹੜਾ ਹੈ ਉਹ ਕਿੰਨਾ ਆ 40 ਸੈਂਟੀਮੀਟਰ 45 ਸੈਂਟੀਮੀਟਰ into 30 ਸੈਂਟੀਮੀਟਰ। ਇਸ ਤਰ੍ਹਾਂ ਇੱਕ ਬਿਲਡਿੰਗ ਦਾ ਫਲੋਰ ਹੈ, ਉਹਦੇ ਵਿੱਚ ਰੋਮਬਸ ਆਕਾਰ ਦੀਆਂ ਮਤਲਬ ਕਿ ਸਮਚਤੁਰਭੁਜ ਆਕਾਰ ਦੀਆਂ ਕੀ ਹੈ ਟਾਈਲਾਂ ਲੱਗੀਆਂ ਹੋਈਆਂ ਨੇ, ਜਿਹਦਾ ਇੱਕ ਵਿਕਰਨ ਪਹਿਲਾ ਵਿਕਰਨ ਜਿਹੜਾ ਹੈ ਉਹ 45 ਸੈਂਟੀਮੀਟਰ ਹੈ ਤੇ ਦੂਸਰਾ ਹੈਗਾ 30 ਸੈਂਟੀਮੀਟਰ, ਓਕੇ? 30 ਸੈਂਟੀਮੀਟਰ। ਤੇ ਵਿਦਿਆਰਥੀਓ 4 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਨਾਲ ਇਸ ਫਰਸ਼ ਨੂੰ ਪਾਲਿਸ਼ ਕਰਨ ਦਾ ਖਰਚ ਪਤਾ ਕਰੋ। ਮਤਲਬ ਕਿ ਇੱਥੇ ਇਦਾਂ ਦੀਆਂ ਟਾਈਲਾਂ ਲੱਗੀਆਂ ਨੇ, ਕਿੰਨੀਆਂ ਲੱਗੀਆਂ ਨੇ ਟੋਟਲ 3000 ਟਾਈਲਾਂ ਲੱਗੀਆਂ ਹੋਈਆਂ ਨੇ ਤੇ ਇਹਨਾਂ 3000 ਟਾਇਲਸ ਜਿਹੜੀਆਂ ਨੇ ਹਰ ਇੱਕ ਦੀ ਸ਼ੇਪ ਜਿਹੜੀ ਹੈ, ਹਰ ਇੱਕ ਟਾਇਲ ਦੀ ਸ਼ੇਪ ਟ੍ਰਪੀਜ਼ੀਅਮ ਆਕਾਰ ਦੀ ਹੈ, ਜਿਹਦਾ ਪਹਿਲਾ ਵਿਕਰਨ 45 ਸੈਂਟੀਮੀਟਰ ਹੈ ਤੇ ਦੂਸਰਾ 30 ਸੈਂਟੀਮੀਟਰ ਹੈ, ਓਕੇ? ਤਾਂ ਵਿਦਿਆਰਥੀਓ ਇਹਨਾਂ ਨੂੰ ਲਗਾਉਣ ਤੇ ਉਸ ਤੋਂ ਬਾਅਦ ਇਹਨੂੰ ਪਾਲਿਸ਼ ਕਰਨ ਦਾ ਖਰਚਾ ਜਿਹੜਾ ਉਹ ਪਤਾ ਕਰਨਾ, ਜੇਕਰ ਪ੍ਰਤੀ ਵਰਗ ਮੀਟਰ 4 ਰੁਪਏ ਇਹਦਾ ਖਰਚ ਹੈਗਾ ਹੈ, ਠੀਕ ਹੈ? ਤੋ ਸਮ ਨੂੰ ਧਿਆਨ ਨਾਲ ਸਮਝ ਲਓ। ਉਸ ਤੋਂ ਬਾਅਦ ਅਸੀਂ ਹੁਣ ਇਹਨੂੰ ਕਰਨ ਜਾ ਰਹੇ ਹਾਂ। ਤੋ ਵਿਦਿਆਰਥੀਓ ਸਭ ਤੋਂ ਪਹਿਲਾਂ ਇਹਦੇ ਵਿੱਚ ਕਿਉਂਕਿ ਹਰ ਇੱਕ ਟਾਇਲ ਸਮਚਤੁਰਭੁਜ ਦੇ ਆਕਾਰ ਦੀ ਹੈ, ਰੋਮਬਸ ਦੇ ਆਕਾਰ ਦੀ ਹੈ, ਇਹਦਾ ਮਤਲਬ ਅਸੀਂ
ਇੱਕ ਟਾਇਲ ਦਾ ਖੇਤਰਫਲ ਜਿਹੜਾ ਹੈ ਉਹ ਪਹਿਲਾਂ ਫਾइंड ਆਊਟ ਕਰ ਲਾਂਗੇ, ਠੀਕ ਹੈ। ਇੱਕ ਟਾਇਲ ਦਾ ਖੇਤਰਫਲ, ਓਕੇ। ਇੱਕ ਟਾਇਲ ਦਾ ਖੇਤਰਫਲ ਮਤਲਬ ਏਰੀਆ ऑफ ट्रिपीजियम शेप्ड टाइल, ठीक है। ट्रिपीजियम शेप्ड टाइल जिहड़ी है ਉਹ ਅਸੀਂ फाइंड आउट ਕਰ ਲਾਂਗੇ ਤੇ ट्रिपीजियम शेप्ड टाइल ਦਾ ਏਰੀਆ ਜਿਹੜਾ ਹੈ ਉਹ ਕਿੰਨਾ ਆ ਜਾਏਗਾ 1/2 d1 d2, ਠੀਕ ਹੈ। ਇੱਥੇ d1 ਦੀ ਵੈਲਿਊ ਦੇਖੋ ਕਿੰਨੀ ਹੈ। d1 ਦੀ ਵੈਲਿਊ ਤੁਹਾਨੂੰ 45 ਸੈਂਟੀਮੀਟਰ ਗਿਵਨ ਹੈ। ਇੱਕ ਨੂੰ ਅਸੀਂ d1 ਮੰਨ ਲੈਨੇ, ਦੂਸਰੇ ਨੂੰ ਅਸੀਂ d2 ਮੰਨ ਲੈਨੇ। तो आ d1 मान लो और इनू कर लो d2, ठीक है। तो 1/2 45 सेंटीमीटर इंटू 30 सेंटीमीटर, 45 इंटू ये देखो इवन है, इतने कट जाएगा 15 गुणा 45, 15 गुणा 45 विचों आ जाएगा 675 सेंटीमीटर स्केयर, ठीक है। तो असी हुण इहदे विच की करना है, फर्श का खेत्रफल। हुण असी फर्श का खेत्रफल फाइंड आउट करूंगे। ये टाइल का खेत्रफल सी। फर्श का खेत्रफल मतलब एरिया ऑफ फ्लोर, ठीक है। एरिया ऑफ फ्लोर दैट विल बी इक्वल टू ਇਹਦੇ ਇਕੁਅਲ ਆ ਜਾਏਗਾ 3000 मतलब टाइलों की गिनती इंटू एक टाइल का खेत्रफल जो कि हैगा 675 सेंटीमीटर स्केयर, ठीक है। तो 3000 नाल जदों तुसीं इहदी गुणा करोगे तो विद्यार्थियों इहनूं तुसीं इदां ही रहण दो, क्योंकि सानूं चाहीदा है प्रति वर्ग मीटर विच, इस करके इहनूं असीं मीटर दे विच कन्वर्ट करना पड़ूगा। ये तुहानूं आंसर मिलेगा सेंटीमीटर स्केयर च। तो सेंटीमीटर स्केयर नूं पहलां ही असीं इत्थे मीटर विच कन्वर्ट कर लईए। तुहानूं पता 1 मीटर दे विच 100 सेंटीमीटर होंदे ने, इहदा मतलब 1 सेंटीमीटर च 1/100 मीटर होणगे ते 1 मीटर स्केयर ते 1 सेंटीमीटर स्केयर दे विच 1/100 इंटू 1/100, ठीक है। इन्ने मीटर स्केयर होणगे। इट मीनस इहदी तुसीं मल्टीप्लीकेशन करनी है 3000 इंटू 675 डिवाइड बाय 1 टाइम 100 सैकेंड टाइम 100। जदों तुसीं इहनूं सॉल्व करना है, हुण 2 जीरोआं इह कट जाणीआं, ठीक है। 100 दे नाल और 1 जीरो इहदे नाल एक होर कट दूंगे। 3 गुणा 675, ठीक है। सब तो पहला 3 गुणा 675 करूँगे तो विद्यार्थियों जो तुसीं इन्हां दी गुणा कीती, गुणा करन ते बाद इनू 10 नाल डिवाइड कर देना है, तो बच्चों ये तुहानूं मिल जाएगा 202.5 मीटर स्केयर, ठीक है। 202.5 मीटर स्केयर वो आ गया फर्श का खेत्रफल, मीनस एरिया ऑफ फ्लोर, ठीक है। हुण 4 रुपए प्रति मीटर वर्ग, ठीक है, वर्ग मीटर की दर नाल फर्श नूं पालिश करन दा खर्च, ठीक है। मीनस दी टोटल कॉस्ट, ठीक है। टोटल कॉस्ट टू पॉलिश दी एरिया ऑफ फ्लोर, ठीक है। जां सीधा लिख लो पॉलिश दी फ्लोर, होल फ्लोर एट द रेट किन्नी है विच 4 रुपीस पर मीटर स्केयर। इट मीनस 202.5 ਦੀ 4 ਨਾਲ ਹੁਣ ਹੋ ਜਾਣੀ ਹੈ ਮਲਟੀਪਲੀਕੇਸ਼ਨ, ਠੀਕ ਹੈ। ਜਦੋਂ ਤੁਸੀਂ ਇਹਨੂੰ ਮਲਟੀਪਲਾਈ ਕਰੋਗੇ ਬੱਚੋ, ਇਹਨੂੰ ਮਲਟੀਪਲਾਈ ਕਰ ਲੈਣਾ ਹੈ, ਠੀਕ ਹੈ। ਮਲਟੀਪਲਾਈ ਕਰਨ ਤੇ ਤੁਹਾਨੂੰ 810 ਰੁਪਏ ਜਿਹੜੇ ਆ ਉਹ ਇੰਨਾ ਖਰਚ ਆਏਗਾ, ਠੀਕ ਹੈ। 810 ਰੁਪਏ ਇੱਥੇ ਫਰਸ਼ ਨੂੰ ਟਾਇਲ ਨੂੰ ਪੋਲਿਸ਼ ਕਰਨ ਦੇ ਲੱਗਣਗੇ, ਠੀਕ ਹੈ। तो ਇਹ ਸੀਗਾ ਬੱਚੋ ਸਵਾਲ ਕਿਹੜਾ ਸੀਗਾ, ਦੇਖੋ ਇੱਕ ਭਵਨ ਦਾ ਫਰਸ਼ ਜਿਹੜਾ ਆ ਉਹ ਸਮਚਤੁਰਭੁਜ ਦੇ ਆਕਾਰ ਦੀਆਂ ਉੱਥੇ 3000 ਟਾਈਲਾਂ ਲੱਗੀਆਂ ਸੀ। ਹਰੇਕ ਦਾ ਵਿਕਰਨ 45 ਸੈਂਟੀਮੀਟਰ ਤੇ 30 ਸੈਂਟੀਮੀਟਰ ਦੇ ਹਨ ਤੇ 4 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਨਾਲ ਫਰਸ਼ ਨੂੰ ਪਾਲਿਸ਼ ਕਰਨ ਦਾ ਖੇਤਰਫਲ ਪੁੱਛਿਆ ਸੀ, ਠੀਕ ਹੈ। ਸੌਰੀ ਖਰਚਾ ਪੁੱਛਿਆ ਸੀ। ਖਰਚਾ ਕੱਢਣ ਲਈ ਅਸੀਂ ਕੀ ਕੀਤਾ ਬੱਚੋ, ਪਹਿਲਾਂ ਇੱਕ ਟਾਇਲ ਦਾ ਖੇਤਰਫਲ ਕੱਢ ਲਿਆ ਜੋ ਕਿ ਪਹਿਲਾ ਵਿਕਰਨ ਗੁਣਾ ਦੂਜਾ ਵਿਕਰਨ डिवाइड बाय 2 ਇਹ ਫਾਰਮੂਲਾ ਲੱਗੇਗਾ, ਯਾਨੀ ਕਿ ਪਹਿਲੇ ਵਿਕਰਨ ਤੇ ਦੂਜੇ ਵਿਕਰਨ ਦਾ ਗੁਣਨਫਲ ਦਾ ਅੱਧਾ। तो ਉੱਥੋਂ ਬੱਚੋ ਇਹ 675 ਸੈਂਟੀਮੀਟਰ ਸਕੁਅਰ ਮਿਲਿਆ। ਫਰਸ਼ ਦਾ ਖੇਤਰਫਲ 3000 ਗੁਣਾ 675, ਉੱਥੋਂ ਬੱਚੋ ਇਹਨੂੰ ਸੈਂਟੀਮੀਟਰ 'ਚ ਹੋਣ ਕਰਕੇ ਇਹਨੂੰ ਮੀਟਰ 'ਚ ਕਨਵਰਟ ਕਰ ਲਿਆ। 1 ਮੀਟਰ ਇਜ਼ ਇਕੁਅਲ ਟੂ 100 ਸੈਂਟੀਮੀਟਰ ਹੁੰਦਾ ਹੈ ਤੇ 1 ਸੈਂਟੀਮੀਟਰ ਇਕੁਅਲ ਟੂ 1/100 ਮੀਟਰ ਆਏਗਾ। तो ਇਹਦੇ ਵਿੱਚ ਕਿਉਂਕਿ ਸਕੁਅਰ ਹੈਗਾ ਤਾਂ ਇਹਦਾ ਮਤਲਬ ਦੋਨੋਂ ਸਾਈਡ ਤੇ ਸਕੁਅਰ ਕਰੋਗੇ ਤਾਂ 1/100 ਦੋ ਵਾਰ ਆ ਜਾਣਾ, ਇਸ ਕਰਕੇ ਦੋ ਵਾਰ ਹੀ ਥੱਲੇ ਲਿਖਾਂਗੇ। तो 2 ਜ਼ੀਰੋਆਂ ਕੱਟ ਗਈਆਂ, 1 ਜ਼ੀਰੋ ਇਹਦੇ ਨਾਲ ਕੱਟ ਗਈ। ਜਦੋਂ ਤੁਸੀਂ ਸੋਲਵ ਕੀਤਾ ਇਹ 202.5 ਮੀਟਰ ਸਕੁਅਰ ਆਇਆ। 4 ਰੁਪਏ ਪ੍ਰਤੀ ਦਰ ਦੀ ਨਾਲ ਪਾਲਿਸ਼ ਕਰਨ ਦਾ ਖੇਤਰਫਲ ਕੱਢਣਾ ਸੀਗਾ। ਦੋਨਾਂ ਨੂੰ ਇਸ ਨੰਬਰ ਨੂੰ ਜੋ ਤੁਹਾਨੂੰ ਖੇਤਰਫਲ ਮਿਲਿਆ ਹੈ ਉਸਨੂੰ 4 ਨਾਲ ਗੁਣਾ ਕਰ ਦਿੱਤੀ। ਜਦੋਂ ਦੋਨਾਂ ਦੀ ਗੁਣਾ ਹੋਈ ਤਾਂ ਬੱਚੋ 810 ਰੁਪਏ ਇੱਥੇ ਖਰਚਾ ਆਏਗਾ। ਪਿਆਰੇ ਵਿਦਿਆਰਥੀਓ, ਕੁਐਸਚਨ ਨੰਬਰ 8 ਹੈ ਕਿ ਮੋਹਨ ਵਾਂਟਸ ਟੂ ਬਾਏ ਏ ਟ੍ਰੇਪੀਜ਼ੀਅਮ ਸ਼ੇਪਡ ਫੀਲਡ, ਇਟਸ ਸਾਈਡ ਅਲੋਂਗ ਦੀ ਰਿਵਰ is parallel and twice the side along the road।
ਮਤਲਬ ਇਹ ਰਿਵਰ ਹੈ, ਠੀਕ ਹੈ, ਇਸ ਸਾਈਡ ਰਿਵਰ ਹੈਗੀ ਆ, ਇਹ ਹੈਗੀ ਆ ਰੋਡ, ਠੀਕ ਹੈ। ਤਾਂ ਦੋਨੋਂ ਇਹਦੇ ਵਿੱਚ ਆ ਜਿਹੜੀ CD ਦੀ ਵੈਲਿਊ ਹੈ, ਇੱਥੋਂ ਲੈ ਕੇ ਇੱਥੇ ਤੱਕ CD ਦੀ ਵੈਲਿਊ AB ਜੋ ਕਿ ਰਿਵਰ ਵਾਲੀ ਸਾਈਡ ਹੈ, ਠੀਕ ਹੈ, ਉਹਦੇ ਵੱਲ ਹੈਗੀ ਹੈ, ਤੇ ਉਹ ਇੱਥੋਂ ਬੱਚੇ ਰਿਵਰ ਵਾਲੀ ਸਾਈਡ ਜਿਹੜੀ ਹੈ ਰੋਡ ਵਾਲੀ ਸਾਈਡ ਤੋਂ ਕੀ ਹੈ ਦੁੱਗਣੀ, ਠੀਕ ਹੈ। ਮਤਲਬ AB ਜਿਹੜਾ ਆ ਉਹ CD ਦਾ ਕੀ ਹੈਗਾ ਦੁੱਗਣਾ ਹੈਗਾ, ਠੀਕ ਹੈ। ਪਹਿਲੀ ਗੱਲ ਇਹ ਹੈ ਇਹਦੇ ਵਿੱਚ, ਔਰ ਦੋਨੋਂ ਆਪਸ ਦੇ ਵਿੱਚ ਪੈਰਲਲ ਆ, ਔਰ ਇਹਨਾਂ ਪੈਰਲਲ ਭੁਜਾਵਾਂ ਦੇ ਵਿਚਕਾਰ ਦੀ ਦੂਰੀ ਜਿਹੜੀ ਆ ਉਹ ਤੁਹਾਨੂੰ ਦਿੱਤੀ ਹੋਈ ਹੈ 100 ਸੈਂਟੀਮੀਟਰ। ਸੈਕੰਡਲੀ ਏਰੀਆ ਆਫ ਟ੍ਰਪੀਜ਼ੀਅਮ ਫੀਲਡ ਜਿਹੜਾ ਉਹ ਵੀ ਗਿਵਨ ਹੈ, ਏਰੀਆ ਆਫ ਟ੍ਰਪੀਜ਼ੀਅਮ ਫੀਲਡ ਯਾਨੀ ਕਿ ABCD ਉਹਦਾ ਏਰੀਆ ਜਿਹੜਾ ਉਹ ਦਿੱਤਾ ਹੋਇਆ 10500 ਮੀਟਰ ਸਕੁਅਰ, ਠੀਕ ਹੈ, ਮਤਲਬ 10,500 ਜਿਹੜਾ ਇਹਦਾ ਏਰੀਆ ਦਿੱਤਾ ਹੈ ਮੀਟਰ ਸਕੁਅਰ। ਤੇ ਵਿਦਿਆਰਥੀਓ ਤੁਸੀਂ ਇਹਦੇ ਵਿੱਚ ਲੈਂਥ ਆਫ ਦੀ ਸਾਈਡ ਅਲੋਂਗ ਦੀ ਰਿਵਰ ਵਾਲੀ ਸਾਈਡ ਜਿਹੜੀ ਆ ਉਹ ਪਤਾ ਕਰਨੀ, ਮਤਲਬ AB ਦੀ ਲੰਬਾਈ ਜਿਹੜੀ ਆ ਉਹ ਪਤਾ ਕਰਨੀ ਹੈ, ਠੀਕ ਹੈ। ਤੋ ਆਓ ਬੱਚੋ ਇਹ ਸਵਾਲ ਕਰਦੇ ਹਾਂ। ਇਸ ਸਵਾਲ ਨੂੰ ਕਰਨ ਲਈ ਕੀ ਕਰਾਂਗੇ, ਸਭ ਤੋਂ ਪਹਿਲਾਂ ਤੇ ਵਿਦਿਆਰਥੀਓ ਜੋ ਡਾਟਾ ਤੁਹਾਨੂੰ ਗਿਵਨ ਹੈਗਾ ਉਹ ਅਸੀਂ ਲਿਖ ਲੈਂਦੇ ਹਾਂ। ਮੰਨ ਲਓ ਇਹਦੇ ਵਿੱਚ ਜਿਹੜੀ ਮੰਨ ਲਓ ਇਹਦੇ ਵਿੱਚ CD ਦੀ ਵੈਲਿਊ ਜਿਹੜੀ ਆ ਉਹ ਕਿੰਨੀ ਆ, ਉਹਨੂੰ ਤੁਸੀਂ B ਮੰਨ ਲਓ, ਠੀਕ ਹੈ। ਜੇਕਰ ਇਹਨੂੰ B ਮੰਨਦੇ ਹੋ ਤਾਂ ਬੱਚੋ AB ਜਿਹੜਾ ਆ ਉਹ ਕੀ ਆ, A ਬਰਾਬਰ ਇਹ ਕਿਹਦੇ ਬਰਾਬਰ ਹੋਗਾ 2 into B, ਯਾਨੀ ਕਿ 2B ਦੇ ਬਰਾਬਰ ਹੋਏਗਾ ਕਿਉਂਕਿ ਡਬਲ ਹੈ ਉਹਦੇ ਤੋਂ, ਠੀਕ ਹੈ। ਤੋ ਉਸ ਤੋਂ ਬਾਅਦ ਤੁਹਾਨੂੰ ਏਰੀਆ ਜਿਹੜਾ ਉਹ ਵੀ ਗਿਵਨ ਹੈ, ਏਰੀਆ ਇਹਦੇ ਵਿੱਚ 10,500 ਮੀਟਰ ਸਕੁਅਰ ਜਿਹੜਾ ਉਹ ਦਿੱਤਾ ਹੋਇਆ, ਤੇ ਤੁਸੀਂ ਸਭ ਤੋਂ ਪਹਿਲਾਂ ਕੀ ਕਰੋਗੇ, ਸੰਬ ਲੰਬ ਚਤੁਰਭੁਜ ਆਕਾਰ ਦਾ ਜੋ ਖੇਤ ਹੈ, ਠੀਕ ਹੈ, ਸਮਲੰਬ ਚਤੁਰਭੁਜ ਦੇ ਆਕਾਰ ਦਾ ਖੇਤ ਹੈ, ਠੀਕ ਹੈ, ਉਹਦਾ ਖੇਤਰਫਲ ਜਿਹੜਾ ਹੈ ਉਹ ਫਾਈਂਡ ਆਊਟ ਕਰ ਲਓਗੇ, ਠੀਕ ਹੈ। ਦਾ ਖੇਤਰਫਲ ਯਾਨੀ ਕਿ ਏਰੀਆ ਆਫ ਟ੍ਰਪੀਜ਼ੀਅਮ, ਸਿੱਧਾ ਚਤੁਰਭੁਜ ਵੀ ਲਿਖਣ ਦੀ ਲੋੜ ਨਹੀਂ, ਟ੍ਰਪੀਜ਼ੀਅਮ, ਠੀਕ ਹੈ, ਏਰੀਆ ਆਫ ਟ੍ਰਪੀਜ਼ੀਅਮ ਦੈਟ ਇਜ਼ ਇਕੁਅਲ ਟੂ ਕਿਹਦੇ ਇਕੁਅਲ ਆਏਗਾ 1/2 into ਪਹਿਲਾਂ ਤੇ AB ਪਲੱਸ CD into ਇਹਨਾਂ ਦੇ ਵਿਚਕਾਰ ਦੀ ਦੂਰੀ, ਜਿਸ ਨੂੰ ਅਸੀਂ H ਮੰਨ ਲੈਂਦੇ ਹਾਂ, ਠੀਕ ਹੈ, ਇਹਨੂੰ H ਮੰਨ ਲਓ। ਇਹ ਤੁਹਾਨੂੰ ਜੋ ਕਿ ਗਿਵਨ ਹੈ H ਦੀ ਵੈਲਿਊ ਕਿੰਨੀ ਦਿੱਤੀ ਹੈ ਇੱਥੇ 100 ਮੀਟਰ ਗਿਵਨ ਹੈ। ਹੁਣ ਇਹਦਾ ਖੇਤਰਫਲ ਕਿੰਨਾ ਹੈ 10,500 ਗੁਣਾ 1/2 ਗੁਣਾ AB ਜਿਹੜਾ ਆ ਉਹ ਕਿੰਨਾ ਦਿੱਤਾ ਸੀ, AB ਵਿੱਚੋਂ ਇੱਥੇ 2B ਆ, ਤੇ ਵਿਦਿਆਰਥੀਓ CD ਜਿਹੜਾ ਆ ਉਹ ਕਿੰਨਾ B into H ਕਿੰਨਾ ਹੈ 100, ਠੀਕ ਹੈ। ਤੋ ਇਹ ਪਹਿਲਾਂ 0 ਨਾਲ 0 ਇਹਨੂੰ ਵਿੱਚੋਂ ਇਸ ਤਰ੍ਹਾਂ ਕੱਟ ਦੇਣਾ, ਮੈਂ ਇੱਥੇ ਦੁਬਾਰਾ ਲਿਖ ਦੇਣਾ, ਇਹ 0 ਨਾਲ 0 ਇੱਥੇ ਤੁਸੀਂ ਇਹਦੇ ਨਾਲ ਕੱਟ ਦੋਗੇ, ਠੀਕ ਹੈ, ਸੌਖਾ ਕਰਨ ਲਈ। ਓਕੇ, ਇਸ ਤੋਂ ਬਾਅਦ ਅਸੀਂ ਕੀ ਕਰਾਂਗੇ, ਇਹ 2 ਨੂੰ ਜਿਹੜਾ ਹੈ ਦੂਸਰੀ ਸਾਈਡ ਲੈ ਜਾਾਂਗੇ, ਮਤਲਬ 105 ਦੀ 2 ਨਾਲ ਗੁਣਾ ਹੋ ਗਈ, ਤੇ ਵਿਦਿਆਰਥੀਓ 2B plus B, ਠੀਕ ਹੈ, ਮਤਲਬ 2 plus 1 ਕਿੰਨਾ ਆ ਗਿਆ 3, ਤੋਂ 3B ਮਿਲ ਗਿਆ। ਤੇ ਵਿਦਿਆਰਥੀਓ B ਦੀ ਵੈਲਿਊ ਕੱਢਣੀ ਹੈ 105 ਗੁਣਾ 2/3, ਠੀਕ ਹੈ। ਹੁਣ ਦੇਖੋ ਇਹ ਤੁਹਾਨੂੰ ਪਤਾ ਹੈ 1 plus 5 6 ਬਣਦਾ ਪਿਆ, 6 ਮਤਲਬ 3 ਦੇ ਟੇਬਲ 'ਚ ਆਉਂਦਾ ਹੈ। ਤੋ ਵਿਦਿਆਰਥੀਓ 3 ਨਾਲ ਕੱਟਿਆ ਜਾਊਗਾ, ਕਿੰਨੇ ਤੇ ਜਾਊਗਾ 3 ਤੀਏ 9 5 ਤੀਏ 15, ਯਾਨੀ ਕਿ 35 ਤੀਆ 105 ਹੁੰਦੇ ਨੇ ਗੁਣਾ 2, ਤੋ ਇਹ ਬਣ ਗਿਆ 35 ਦੂਣਾ 70, ਤੋ 70 ਮੀਟਰ ਜਿਹੜਾ ਆ AB ਦੀ ਲੰਬਾਈ ਆਈ, ਠੀਕ ਹੈ। 70 ਮੀਟਰ ਜਿਹੜੀ ਆ CD ਦੀ ਲੰਬਾਈ ਆਈ ਹੈ ਐਕਚੁਅਲ ਵਿੱਚ, ਕਿਉਂਕਿ B ਵੈਲਿਊ ਆਈ ਹੈ ਤੇ CD ਜਿਹੜਾ ਆ CD ਤੋਂ ਦੁੱਗਣੀ ਹੈ ਇਹ AB ਦੀ ਲੰਬਾਈ, CD ਦੀ ਵੈਲਿਊ B ਦੇ ਬਰਾਬਰ ਸੀ ਜੋ ਕਿ 70 ਮੀਟਰ ਆ ਗਈ, ਤੇ AB ਜਿਹੜਾ ਹੈ ਉਹ ਇਹ ਤੋਂ ਕੀ ਹੈ ਦੁੱਗਣਾ, ਠੀਕ ਹੈ। ਤਾਂ ਦੁੱਗਣਾ ਹੋਣ ਕਰਕੇ 70 ਗੁਣਾ 2 ਬਰਾਬਰ 140 ਮੀਟਰ ਆ ਜਾਏਗਾ, ਠੀਕ ਹੈ। ਤੋ ਇਸ ਤਰ੍ਹਾਂ ਕਰਨਾ ਸੀ, ਈਜ਼ੀ ਸੀਗਾ, ਸਿਰਫ ਇੱਕ ਟ੍ਰਿਕ ਸੀਗੀ, ਉਹ ਟ੍ਰਿਕ ਇਹੀ ਹੈ ਕਿ ਜਿਹੜੀ CD ਦੀ ਲੰਬਾਈ ਹੈ ਉਹ AB ਤੋਂ ਅੱਧੀ ਹੈ, ਮਤਲਬ ਕਿ AB ਦੀ ਲੰਬਾਈ ਜਿਹੜੀ ਰਿਵਰ ਵਾਲੀ ਸਾਈਡ ਹੈ ਉਹ ਇਹ ਤੋਂ ਦੁੱਗਣੀ ਹੈ ਜੋ ਕਿ ਰੋਡ ਵਾਲੀ ਸਾਈਡ ਸਮਾਂਤਰ ਭੁਜ ਤੇ ਹੈਗੀ ਹੈ, ਠੀਕ ਹੈ। ਤੋ ਇਸ ਤਰ੍ਹਾਂ ਬੱਚੋ ਇਹ ਸਵਾਲ ਸਾਥੀਓ ਨੈਕਸਟ ਸਮ ਕਰਦੇ ਹਾਂ, ਕੁਐਸਚਨ ਨੰਬਰ 9 ਹੈ ਇਹਦੇ ਵਿੱਚ, ਟੌਪ ਸਰਫੇਸ of raised platform is in the shape of regular octagon as shown in the figure, find the area of octagonal surface, ਠੀਕ ਹੈ। ਕਿ ਇੱਕ ਉੱਪਰ ਨੂੰ ਉੱਠੇ ਹੋਏ ਚਬੂਤਰੇ ਦੀ ਉੱਪਰਲੀ ਸਤ੍ਹਾ 8 ਭੁਜੀ ਸਤ੍ਹਾ 8 ਭੁਜੀ ਆਕਾਰ ਦੀ ਹੈ, ਇਸ ਤਰ੍ਹਾਂ ਕੀ ਜਿਸ ਤਰ੍ਹਾਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ, 8 ਭੁਜੀ ਸਤ੍ਹਾ ਦਾ ਖੇਤਰਫਲ ਫਾਈਂਡ ਆਊਟ ਕਰਨਾ ਹੈਗਾ ਅਸੀਂ, ਠੀਕ ਹੈ। ਤੋ ਇਹਨੂੰ ਕਰਨ ਲਈ ਅਸੀਂ ਬੱਚੋ ਕੀ ਹੈ, ਸਭ ਤੋਂ ਪਹਿਲਾਂ ਤੇ ਇਹਦੇ ਵਿੱਚ ਥੋੜ੍ਹੀਆਂ ਜਿਹੀਆਂ ਮੋਡੀਫਿਕੇਸ਼ਨ ਹੈ, ਆਓ ਇਹ ਅਸੀਂ ਕਰ ਲੈਂਦੇ ਹਾਂ, ਠੀਕ ਹੈ। ਮੋਡੀਫਿਕੇਸ਼ਨ ਕਿਸ ਤਰ੍ਹਾਂ ਹੈ, ਸਭ ਤੋਂ ਪਹਿਲਾਂ ਤੇ ਇਹਦੇ ਵਿੱਚ ਵਿਦਿਆਰਥੀਓ ਤੁਸੀਂ ਕਰੋਗੇ, ਇਹ ਜਿਹੜੀ ਹੈ ਇਹਨੂੰ ਤੁਸੀਂ C ਨੂੰ A ਨੂੰ F ਦੇ ਨਾਲ ਪੂਰੀ ਤਰ੍ਹਾਂ ਮਿਲਾ ਦੇਣਾ, ਇਹਦੇ B ਦੇ ਨਾਲ ਇਸ ਤਰ੍ਹਾਂ ਮਿਲਾ ਦੇਣਾ, ਠੀਕ ਹੈ। ਤੋ ਵਿਦਿਆਰਥੀਓ ਇਹਦੇ ਵਿੱਚ ਦੇਖੋ ਦੋ ਟਰਪੀਜ਼ੀਅਮ ਬਣਦੀਆਂ ਪਈਆਂ, ਕਿਹੜੀਆਂ-ਕਿਹੜੀਆਂ ABCH, ਠੀਕ ਹੈ। ਇੱਕ A ਟਰਪੀਜ਼ੀਅਮ ਬਣਦੀ ਪਈ ਹੈ, ਦੂਸਰੀ DDEF, ਠੀਕ ਹੈ, A ਟਰਪੀਜ਼ੀਅਮ ਬਣਦੀ ਪਈ ਹੈ, ਔਰ ਇਹਦੇ ਵਿਚਕਾਰ HCD
ਜੀ, ਇਹ ਤੁਹਾਨੂੰ ਇੱਕ ਕੀ ਮਿਲ ਗਈ ਇੱਥੋਂ ਇੱਕ ਆਇਤ ਬਣ ਗਈ ਮਤਲਬ ਰੈਕਟੈਂਗਲ ਬਣ ਗਈ, ਠੀਕ ਹੈ। ਤੋ ਇਹਨਾਂ ਦੋਨੋਂ ਟ੍ਰੇਪੀਜ਼ੀਅਮ ਦਾ ਏਰੀਆ ਵਿੱਚੋਂ ਬਰਾਬਰ ਹੋਏਗਾ, ਕਿਉਂ ਬਰਾਬਰ ਹੋਏਗਾ? ਕਿਉਂਕਿ ਇਹ ਕੀ ਹੈ ਸਮ ਅਠਭੁਜੀ ਫਿਗਰ ਹੈਗੀ ਆ, ਠੀਕ ਹੈ। ਮਤਲਬ ਕਿ ਸਾਰੀਆਂ ਸਾਈਡਸ ਜਿਹੜੀਆਂ ਨੇ ਰੈਗੂਲਰ ਔਕਟਾਗਨ ਦੀਆਂ ਬਰਾਬਰ ਹੁੰਦੀਆਂ ਨੇ ਤੇ ਵਿਦਿਆਰਥੀਓ ਇਹਦੇ ਵਿੱਚ ਜੇਕਰ ਆਹ 11 ਮੀਟਰ ਹੈ ਤਾਂ ਥੱਲੇ ਵਾਲੀ ਵੀ GD ਵੀ 11 ਮੀਟਰ ਹੋਏਗੀ ਤੇ ਉਚਾਈ ਵਿੱਚੋਂ ਜੇਕਰ ਆਹ 4 ਮੀਟਰ ਹੈਗੀ ਆ ਤੇ ਇਹ ਵੀ ਕੀ ਹੋਏਗੀ 4 ਮੀਟਰ ਹੀ ਇੱਥੇ ਹੋਏਗੀ ਕਿਉਂਕਿ ਆਹ ਕਿੰਨੀ ਬਣ ਗਈ ਇਹ 5 ਮੀਟਰ, ਠੀਕ ਹੈ। ਇਹ 5 ਮੀਟਰ ਇੱਥੇ ਗਿਵਨ ਹੈਗੀ ਹੈ, ਓਕੇ। ਤੋ ਆਓ ਇਸ ਨੂੰ ਵਿੱਚੋਂ ਸੋਲਵ ਕਰਦੇ ਹਾਂ ਤੇ ਸੋਲਵ ਕਿਸ ਤਰ੍ਹਾਂ ਕਰਨਾ ਹੈ ਦੇਖੋ, ਸਭ ਤੋਂ ਪਹਿਲੀ ਗੱਲ ਇਹਦੇ ਵਿੱਚ ਕੀ ਲਿਖੋਗੇ ਤੁਸੀਂ? ਇਹਦੇ ਵਿੱਚ ਅਸੀਂ ਇਹੀ ਲਿਖਾਂਗੇ ਕਿ ਇੱਕ ਸਥਾਈ ਅੱਠਭੁਜ ਹੈ ਜਿਹਦਾ ਨਾਮ ਜਿਹੜਾ ਹੈ ABCDFGH ਅਸੀਂ ਰੱਖ ਦਿੱਤਾ ਹੈ ਤੇ ਇਸਨੂੰ 3 ਭਾਗਾਂ ਦੇ ਵਿੱਚ ਅਸੀਂ ਵੰਡ ਲਿਆ ਹੈ। ਇਸ ਵਿੱਚ ਇੱਕ ਟ੍ਰੇਪੀਜ਼ੀਅਮ ABCH ਬਣ ਗਈ, ਦੂਸਰੀ ਬਣ ਗਈ GDEF ਬਣ ਗਈ, ਠੀਕ ਹੈ। ਤੇ ਇੱਕ ਟ੍ਰਾਇੰਗਲ ਬਣ ਗਈ GDCH, ਠੀਕ ਹੈ। ਤੋ ਇਹ ਟ੍ਰਾਇੰਗਲ ਬਣ ਗਈ ਹੈ। ਇਹਦੇ ਵਿੱਚ ਤੁਹਾਨੂੰ ਇਹਦੀ ਲੰਬਾਈ ਜਿਹੜੀ ਆ ਉਹ ਗਿਵਨ ਹੈਗੀ ਆ, ਠੀਕ ਹੈ, ਤੇ ਉਚਾਈ ਜਿਹੜੀ 5 ਮੀਟਰ ਉਹ ਵੀ ਗਿਵਨ ਹੈ, ਠੀਕ ਹੈ। ਤੋ ਇਹਦਾ ਖੇਤਰਫਲ ਤਾਂ ਸਿੱਧਾ ਹੀ ਮਲਟੀਪਲਾਈ ਕੱਢ ਕੇ ਕਰ ਲੈਣਾ ਔਰ ਇਹਦਾ ਕਿੱਦਾਂ ਕੱਢੋਗੇ? ਆਂਤਰ ਭੁਜਾਵਾਂ ਦਾ ਜੋੜ ਗੁਣਾ ਇਹਨਾਂ ਦੇ ਵਿਚਕਾਰ ਦੀ ਉਚਾਈ, ਠੀਕ ਹੈ। ਇਸ ਤਰ੍ਹਾਂ ਅਸੀਂ ਫਾइंड ਆਊਟ ਕਰ ਲਾਂਗੇ, ਓਕੇ। ਸੋ ਸਭ ਤੋਂ ਪਹਿਲਾਂ ਅਸੀਂ ਏਰੀਆ ਆਫ ਇੱਥੇ ਕੀ ਫਾइंड ਆਊਟ ਕਰਾਂਗੇ? ਏਰੀਆ ਆਫ ਆਓ ਵਿਦਿਆਰਥੀਓ ਸਭ ਤੋਂ ਪਹਿਲਾਂ ਅਸੀਂ ਏਰੀਆ ਆਫ ਟ੍ਰੇਪੀਜ਼ੀਅਮ ABCH ਇਹਦਾ ਫਾइंड ਆਊਟ ਕਰਦੇ ਹਾਂ ਜੋ ਕਿ ਕੀ ਹੈ ਟ੍ਰੇਪੀਜ਼ੀਅਮ। ਟ੍ਰੇਪੀਜ਼ੀਅਮ ਦਾ ਮਤਲਬ ਕੀ ਹੈ? ਟ੍ਰੇਪੀਜ਼ੀਅਮ ਦਾ ਮਤਲਬ ਸਮਲੰਬ ਚਤੁਰਭੁਜ ਦਾ ਜਾਂ ਸਮਲੰਬ ABCH ਦਾ ਖੇਤਰਫਲ, ਠੀਕ ਹੈ। ਤੋ ਕਿਹਦੇ ਬਰਾਬਰ ਆਏਗਾ 1/2 ਗੁਣਾ 11, 11 ਕੀ ਆ ਗਿਆ CH, ਠੀਕ ਹੈ, ACH, ਓਕੇ। ਪਲੱਸ ਇਹਦੇ ਵਿੱਚ ਇਹ ਕੀ ਆ ਜਾਏਗਾ 5 ਮੀਟਰ, ਠੀਕ ਹੈ। ਆ ਕਿੰਨਾ ਆ 5 ਮੀਟਰ ਕਿਉਂਕਿ ਆ ਵੀ ਕੀ ਹੈ 5 ਮੀਟਰ ਹੈ ਤਾਂ ਸਾਰੀਆਂ ਭੁਜਾਵਾਂ 5 ਮੀਟਰ ਦੀਆਂ ਇੱਥੇ ਹੋਣਗੀਆਂ ਇੰਟੂ 4 ਮੀਟਰ, ਠੀਕ ਹੈ। ਤੋ 1/2 11 ਜਮਾ 5 ਕਿੰਨੇ ਹੋ ਗਏ 16, 16 ਗੁਣਾ 4, ਠੀਕ ਹੈ। ਤੋ ਇਹ 2 ਦੂਣੀ 4 ਕੱਟ ਕੇ 16 ਦੂਣਾ ਕਿੰਨਾ ਆ ਗਿਆ 32 ਮੀਟਰ ਸਕੁਅਰ, ਠੀਕ ਹੈ। ਜੇਕਰ ਇਹਦਾ ਏਰੀਆ ਵਿੱਚੋਂ 32 ਮੀਟਰ ਸਕੁਅਰ ਆਇਆ, ਇਸੇ ਤਰ੍ਹਾਂ ਹੀ ਬੱਚੇ ਏਰੀਆ ਆਫ ਟ੍ਰੇਪੀਜ਼ੀਅਮ ਟ੍ਰੇਪੀਜ਼ੀਅਮ ਕਿਹੜੀ GDEF ਉਹ ਵੀ 32 ਮੀਟਰ ਸਕੁਅਰ ਹੀ ਆਵੇਗਾ, ਠੀਕ ਹੈ। ਤੋ ਇਹਦਾ ਵੀ ਏਰੀਆ ਨਿਕਲ ਗਿਆ, ਇਹਦਾ ਵੀ ਏਰੀਆ ਨਿਕਲ ਗਿਆ, ਰਹਿ ਗਈ ਆयत, ਠੀਕ ਹੈ। ਤੋ ਆयत मतलब ਏਰੀਆ ਆਫ ਰੈਕਟੈਂਗਲ दैट इज ਇਹਦੇ ਇਕੁਅਲ ਹੈ ਇਹ C, ਲਿਖ ਲਓ CDEH, ਠੀਕ ਹੈ। ਤੋ ਇਹਦਾ ਏਰੀਆ ਜਿਹੜਾ ਹੈ ਉਹ ਤੁਹਾਨੂੰ ਪਤਾ ਲੈਂਥ ਇੰਟੂ ਬ੍ਰੈਡਥ ਹੀ ਹੁੰਦਾ ਹੈ। ਲੈਂਥ ਇੱਥੇ ਵਿੱਚੋਂ CH, ਠੀਕ ਹੈ, ਇੰਟੂ ਹਾਈਟ ਜਿਹੜੀ ਆ ਉਹ ਕਿੰਨੀ CD ਆ ਗਈ ਤੇ H ਵਿੱਚੋਂ CH ਦੀ ਵੈਲਿਊ 11 ਹੈ ਤੇ ਹਾਈਟ ਜਿਹੜੀ 5 ਹੈਗੀ 11 5 55 ਮੀਟਰ ਸਕੁਅਰ, ਠੀਕ ਹੈ। ਨਾਓ व्हाट टू फाइंड ਏਰੀਆ ਆਫ ਟ੍ਰੇਪੀਜ਼ੀਅਮ ਏਰੀਆ ਆਫ ਔਕਟਾਗਨ, ਠੀਕ ਹੈ। ਔਕਟਾਗਨ ਔਕਟਾਗਨਲ ਫੀਲਡ ਜਿਹੜਾ ਆ ਉਹਦਾ ਫਾइंड ਆਊਟ ਕਰਨਾ। ਔਕਟਾਗਨ ਹੈ ਕਿਹੜੀ दैट इज इक्वल टू ABCDEFGH, ਠੀਕ ਹੈ। ਤੋ ਇਹ ਕਿਹਦੇ ਇਕੁਅਲ ਆਏਗਾ ਦੇਖੋ ਏਰੀਆ ਏਰੀਆ ਆਫ ਟ੍ਰੇਪੀਜ਼ੀਅਮ ABCH ਇਹਦਾ ਏਰੀਆ, ਠੀਕ ਹੈ। ਉਸ ਤੋਂ ਬਾਅਦ ਏਰੀਆ ਆਫ ਟ੍ਰੇਪੀਜ਼ੀਅਮ ਕਿਹੜੀ ਆ ਗਈ GDEF ਪਲੱਸ ਏਰੀਆ ਆਫ ਰੈਕਟੈਂਗਲ ਏਰੀਆ ਆਫ ਰੈਕਟੈਂਗਲ ਕਿਹੜੀ ਹੈ CDGH, ਠੀਕ ਹੈ। ਤੋ ਸਾਰਿਆਂ ਨੂੰ ਬੱਚੋ ਕੀ ਹੈ ਜੋੜ ਦੇਣਾ ਹੈ, ਓਕੇ। 32 32 ਜਮਾ 32 ਜਮਾ 55, ਠੀਕ ਹੈ। 32 ਜਮਾ 32 ਜਮਾ 55 ਤੋ ਤੁਸੀਂ ਇਹਨਾਂ ਸਾਰਿਆਂ ਨੂੰ ਐਡ ਕਰੋਗੇ you will get the answer that will be equal to 119, ਠੀਕ ਹੈ। 119 ਮੀਟਰ ਸਕੁਅਰ ਜਿਹੜਾ ਇਹਦਾ ਆਨਸਰ, ਠੀਕ ਹੈ। ਤੋ ਧਿਆਨ ਨਾਲ ਸਮਝ ਲਓ ਕਰਨਾ ਕੀ ਸੀਗਾ ਕਿ ਔਕਟਾਗਨ ਗਿਵਨ ਸੀਗੀ ਉਹਨੂੰ ਵਿੱਚੋਂ 3 ਫਿਗਰ ਦੇ ਵਿੱਚ ਅਸੀਂ ਡਿਵਾਈਡ ਕਰ ਲਿਆ ਤੇ ਉਸ ਤੋਂ ਬਾਅਦ ਉਹਦਾ ਏਰੀਆ ਫਾइंड ਆਊਟ ਕਰ ਲਿਆ ਕਿਉਂਕਿ ਰੈਗੂਲਰ ਔਕਟਾਗਨ ਹੋਣ ਕਰਕੇ ਸਾਰੀਆਂ ਸਾਈਡਾਂ ਜਿਹੜੀਆਂ ਨੇ ਉਹ 5 ਮੀਟਰ ਹੀ ਹੋਣਗੀਆਂ, ਠੀਕ ਹੈ। ਤੋ ਇਹ EF ਵੀ 5 ਆ ਗਿਆ, EB ਵੀ 5 ਆ ਗਿਆ ਤੇ CD ਜਿਹੜੀ ਕਿ ਇਸ ਰੈਕਟੈਂਗਲ ਲਈ ਅਸੀਂ ਚੌੜਾਈ ਲਈ ਹੈ ਉਹ 5 ਮੀਟਰ ਆ ਗਈ, ਠੀਕ ਹੈ। ਸਾਰੀਆਂ ਵੈਲਿਊ ਦਾ ਫਾਰਮੂਲਾ ਲਗਾ ਕੇ ਟ੍ਰੇਪੀਜ਼ੀਅਮ ਦਾ ਏਰੀਆ ਦਾ ਫਾਰਮੂਲਾ ਲਗਾ ਕੇ ਆਇਤ ਦੇ ਖੇਤਰਫਲ ਦਾ ਫਾਰਮੂਲਾ ਲਗਾ ਕੇ ਅਸੀਂ ਇਹਨੂੰ ਸੋਲਵ ਕਰ ਲਿਆ। ਦੋ ਟ੍ਰੇਪੀਜ਼ੀਅਮ ਦਾ ਆਕਾਰ ਜਿਹੜਾ ਹੈ ਸੇਮ ਹੋਣ ਕਰਕੇ ਸੇਮ ਸ਼ੇਪ ਹੋਣ ਕਰਕੇ ਤੇ ਵਿਦਿਆਰਥੀਓ ਸਾਈਜ਼ ਵੀ ਸੇਮ ਹੈਗਾ ਜਿਹਦੇ ਕਰਕੇ ਭੁਜਾਵਾਂ ਕਿਉਂਕਿ ਸੇਮ ਹੈਗੀਆਂ ਨੇ ਇਸ ਕਰਕੇ ਏਰੀਆ ਦੋਨਾਂ ਦਾ ਬਰਾਬਰ ਆਏਗਾ। ਸਿਰਫ ਇੱਕ ਤੁਸੀਂ ਇੱਕ ਟ੍ਰੇਪੀਜ਼ੀਅਮ ਦਾ ਏਰੀਆ ਕੱਢ ਲਓ ਉਹਦਾ ਦੋਨਾਂ ਦਾ ਨਿਕਲ ਗਿਆ ਤੇ ਆਇਤ ਦਾ ਜਿਹੜਾ ਏਰੀਆ ਉਹ ਅਲੱਗ ਕੱਢ ਕੇ ਸਾਰਿਆਂ ਨੂੰ ਜੋੜ ਦਿਓ, ਠੀਕ ਹੈ। ਤੋ ਇਹ ਸੀਗਾ ਸਾਡਾ ਸਵਾਲ ਨੰਬਰ 9 ਇਹ ਵਿੱਚੋਂ ਅੰਡਰਸਟੈਂਡਿੰਗ ਬੇਸਡ ਕੁਐਸਚਨ ਹੈਗਾ ਤੇ ਇਹਦੇ ਵਿੱਚ ਤੁਹਾਨੂੰ ਜਿਹੜਾ ਆ ਧਿਆਨ ਨਾਲ ਇਹਨੂੰ ਕਰਨਾ ਹੈਗਾ ਕਿ ਇੱਕ देयर इज ए पेंटागोनल शेप्ड पार्क एज shown in the figure ਇਹ पेंटागोनल ਸ਼ੇਪ ਦਾ ਪਾਰਕ ਹੈਗਾ ਫॉर फाइंडिंग इट्स ਏਰੀਆ ਇਹਦੇ ਵਿੱਚ ਜੋਤੀ ਤੇ ਕਵਿਤਾ ਨੂੰ ਵਿੱਚੋਂ ਏਰੀਆ ਫਾइंड ਆਊਟ ਕਰਨ ਨੂੰ ਕਿਹਾ ਉਹਨਾਂ ਨੇ ਦੋਨਾਂ ਨੇ ਅਲੱਗ-ਅਲੱਗ ਤਰੀਕੇ ਨਾਲ ਇਹਨੂੰ
ਜਿਹੜਾ ਏਰੀਆ ਇਹਦਾ ਫਾइंड ਆਊਟ ਕੀਤਾ ਤੇ ਵਿਦਿਆਰਥੀਓ ਦੋਨੋਂ ਤਰੀਕਿਆਂ ਵਿੱਚ ਇਸ ਬਗੀਚੇ ਦਾ ਖੇਤਰਫਲ ਪਤਾ ਕਰੋ। ਕੀ ਉਹ ਖੇਤਰਫਲ ਦੋਨੋਂ ਸੇਮ ਆਏਗਾ ਜਾਂ ਫਿਰ ਡਿਫਰੈਂਟ ਆਏਗਾ? ਇਹਦੇ ਬਾਰੇ ਅਸੀਂ ਹੁਣ ਡਿਸਕਸ ਕਰਨਾ ਹੈਗਾ, ਠੀਕ ਹੈ? ਤੋ ਆਓ ਵਿਦਿਆਰਥੀਓ ਕਰਦੇ ਹਾਂ। ਫਿਗਰ ਦੇ ਵਿੱਚ ਜੋਤੀ ਦੀ ਡਾਇਗਰਾਮ ਹੈਗੀ ਆ, ਉਹਨੇ ਇਹਨੂੰ ਗੱਭਿਓਂ ਇਸ ਤਰ੍ਹਾਂ ਤੋੜ ਦਿੱਤਾ, ਠੀਕ ਹੈ? ਇਸਨੇ ਇਸ ਸਾਈਡ ਤੋਂ ਹੌਰੀਜ਼ੋਂਟਲੀ ਤੋੜਿਆ, ਇਹਨੇ ਵਰਟੀਕਲੀ ਇਸ ਤਰ੍ਹਾਂ ਕਵਿਤਾ ਦੀ ਡਾਇਗਰਾਮ ਇਹ ਹੈ, ਜੋਤੀ ਦੀ ਡਾਇਗਰਾਮ ਇਹ ਹੈਗੀ ਆ, ਠੀਕ ਹੈ? ਤੋ ਸਭ ਤੋਂ ਪਹਿਲਾਂ ਅਸੀਂ ਕਵਿਤਾ ਦੀ ਡਾਇਗਰਾਮ ਲੈ ਕੇ ਵਿੱਚੋਂ ਇਹਨੂੰ ਸੋਲਵ ਕਰ ਲੈਂਦੇ ਹਾਂ। ਤੋ ਕਵਿਤਾ ਦੀ ਡਾਇਗਰਾਮ ਦੇ ਵਿੱਚ ਪਹਿਲੀ ਗੱਲ ਦੇਖੋ, ਇਹ 'ਚ ਪੂਰੀ ਦੀ ਪੂਰੀ ਜਿਹੜੀ ਹਾਈਟ ਆ ਇਹ ਕਿੰਨੀ ਹੈ? 30 ਮੀਟਰ ਹੈ, ਠੀਕ ਹੈ? ਕਿੰਨੀ ਹੈਗੀ ਆ? 30 ਮੀਟਰ ਹੈ। ਜੇਕਰ ਇਹ 30 ਮੀਟਰ ਹੈ ਬੱਚੋ, ਆਹ ਕਿੰਨਾ ਹੋ ਜਾਊਗਾ? ਆਹ ਵੀ 15 ਹੋ ਜਾਏਗਾ, ਆਹ ਵੀ 15 ਹੋ ਜਾਏਗਾ, ਠੀਕ ਹੈ? ਕਿਉਂਕਿ ਇਸ ਤਰ੍ਹਾਂ ਇਹ 15 ਮਿਲ ਗਿਆ, ਆਹ ਵੀ ਵਿੱਚੋਂ ਇੱਥੋਂ 15 ਹੋ ਜਾਏਗਾ, ਇਹ ਵੀ 15 ਹਾਈਟ ਹੋ ਜਾਏਗੀ, ਠੀਕ ਹੈ? ਤੋ 15 ਵਿੱਚੋਂ ਸਾਰਾ 15 ਮਿਲ ਗਿਆ, ਤੋ ਆਹ ਜੇਕਰ 15 ਹੈ ਤਾਂ ਇਹਦੀ ਹਾਈਟ ਵੀ ਵਿੱਚੋਂ ਉਹ ਕਿੰਨੀ ਹੋਊਗੀ? 15 ਮੀਟਰ। ਇੱਕ ਇਹਦੇ ਵਿੱਚ ਟ੍ਰਾਇੰਗਲ ਬਣ ਰਹੀ ਹੈ, ਠੀਕ ਹੈ? ਟ੍ਰਾਇੰਗਲ ਦਾ ਆਧਾਰ ਵੀ 15 ਤੇ ਲੰਬ ਵੀ 15, ਉੱਤੋਂ ਵਰਗ ਬਣ ਗਿਆ, ਵਰਗ ਦੀਆਂ ਸਾਰੀਆਂ ਭੁਜਾਵਾਂ 15, ਠੀਕ ਹੈ? ਤੋ ਦੋਨਾਂ ਦੇ ਫਾਰਮੂਲੇ ਦੇ ਅਕੋਰਡਿੰਗਲੀ ਅਸੀਂ ਕਵਿਤਾ ਦਾ ਜਿਹੜਾ ਏਰੀਆ ਹੈ, ਠੀਕ ਹੈ? ਤੋ ਏਰੀਆ ਆਫ ਫਿਗਰ ਨੂੰ ਚਾਹੇ ਤੁਸੀਂ ਨੰਬਰਿੰਗ ਦੇ ਦਿਓ, ਨੰਬਰਿੰਗ ਕਿੱਦਾਂ ਦੋਗੇ? ਇਹਨੂੰ A ਮੰਨ ਲਓ, ਇਹਨੂੰ B ਮੰਨ ਲਓ, ਠੀਕ ਹੈ? ਉਸ ਤੋਂ ਬਾਅਦ ਇਹਨੂੰ C ਮੰਨ ਲਓ, ਇਹਨੂੰ D ਮੰਨ ਲਓ ਔਰ ਇਹਨੂੰ E ਮੰਨ ਲਓ, ਠੀਕ ਹੈ? ਤੋ ਇਹਦਾ ਏਰੀਆ ਜਿਹੜਾ ਹੈ ਉਹ ਫਾइंड ਆਊਟ ਕਰਨ ਦਾ ਤਰੀਕਾ ਕੀ ਹੋਏਗਾ ਕਿ ਏਰੀਆ ਆਫ A B C D, ਠੀਕ ਹੈ? ਦਾ ਖੇਤਰਫਲ, ਏਰੀਆ ਆਫ ਲਿਖੋਗੇ ਏਰੀਆ ਆਫ A B C D E, ਓਕੇ? ਤਾਂ ਇਹ ਵਿਦਿਆਰਥੀਓ ਕਿਹਦੇ ਬਰਾਬਰ ਆਏਗਾ? ਇਹ 'ਚ ਦੋ, ਇੱਕ ਤਾਂ ਟ੍ਰਾਇੰਗਲ ਬਣ ਗਈ, ਟ੍ਰਾਇੰਗਲ ਦਾ ਏਰੀਆ ਆਫ ਟ੍ਰਾਇੰਗਲ ਕਿਹੜੀ ਬਣੀ ਹੈ? A B, ਦੇਖ ਲਓ A B E, ਠੀਕ ਹੈ? ਇਹਦਾ ਏਰੀਆ ਪਲੱਸ ਏਰੀਆ ਆਫ ਵਰਗ, ਠੀਕ ਹੈ? ਤੋ ਏਰੀਆ ਆਫ ਵਰਗ ਯਾਨੀ ਕਿ ਸਕੁਏਅਰ ਦਾ ਏਰੀਆ ਕੀ ਬਣ ਗਿਆ? B C D C D, ਇਹਨੂੰ ਕੀ ਮੰਨਿਆ ਸੀ? E, ਠੀਕ ਹੈ? ਤੋ ਕਿੱਦਾਂ ਕੱਢੋਗੇ? ਦੇਖੋ ਇਹਦੇ ਵਿੱਚ 1/2 into 15 into 15 ਪਲੱਸ ਇੱਥੇ ਏਰੀਆ ਜਿਹੜਾ ਆ ਉਹ ਕਿਹਦੇ ਬਰਾਬਰ ਆ ਗਿਆ? 15 ਗੁਣਾ 15, ਓਕੇ? ਤੋ ਇਹ ਬੱਚੇ 7.5 ਤੇ ਇੱਥੋਂ ਕੱਟ ਰਿਹਾ, ਜਦੋਂ ਇਹਨਾਂ ਦੀ ਮਲਟੀਪਲੀਕੇਸ਼ਨ ਕਰੋਗੇ ਤਾਂ ਇਹ ਆ ਜਾਏਗਾ 112.5, ਜਮਾ 15 15 ਕਿੰਨੇ ਹੁੰਦੇ? 225, ਦੋਨਾਂ ਨੂੰ ਜੋੜਨ ਤੇ ਤੁਹਾਨੂੰ ਮਿਲਿਆ 337.5 ਮੀਟਰ ਸਕੁਏਅਰ, ਠੀਕ ਹੈ? ਤੋ ਇਹ ਸੀਗਾ ਬੱਚੇ ਕਵਿਤਾ ਨੇ ਜਿਸ ਵੇ ਦੇ ਨਾਲ ਏਰੀਆ ਫਾइंड ਆਊਟ ਕੀਤਾ ਸੀ, ਓਕੇ? ਕਵਿਤਾ ਦਾ ਮੈਥਡ। ਹੁਣ ਬੱਚੇ ਜੋਤੀ ਦੇ ਮੈਥਡ ਬਾਰੇ ਸਮਝ ਲੈਂਦੇ ਹਾਂ। ਹੁਣ ਕੀ ਕੀਤਾ? ਉਹਨੇ ਇਹਨੂੰ ਸੈਂਟਰ ਵਿੱਚੋਂ ਏਦਾਂ ਕੱਢ ਦਿੱਤਾ, ਠੀਕ ਹੈ? ਤੋ ਜੇਕਰ ਸੈਂਟਰ ਦੇ ਵਿੱਚੋਂ ਕੱਟਿਆ ਤਾਂ ਬੱਚੋ ਇੱਥੇ ਹੁਣ ਦੋ ਟਰਪੀਜ਼ੀਅਮ ਬਣ ਗਈਆਂ। ਕੀ ਬਣੀਆਂ? ਟਰਪੀਜ਼ੀਅਮ। ਇਹਨੂੰ ਵੀ ਨੰਬਰਿੰਗ ਏਦਾਂ ਹੀ ਦੇ ਦਿਓ A B C D ਤੇ E, ਠੀਕ ਹੈ? ਤੋ ਇਹਦੇ ਵਿੱਚ ਇੱਕ ਟਰਪੀਜ਼ੀਅਮ ਬਣ ਗਈ A B C ਤੇ ਇੱਥੇ ਬੱਚੋ ਇਹਨੂੰ D ਮੰਨੋਗੇ, ਆਹ E ਪੁਆਇੰਟ ਮੰਨ ਲਓ ਇਹਨੂੰ, ਚਲੋ ਤੁਸੀਂ E D ਇਹਨੂੰ ਏਦਾਂ ਹੀ ਰਹਿਣ ਦਿਓ, ਇੱਥੇ F ਲਿਖ ਲੈਂਦੇ ਹਾਂ। ਤੋ ਏਰੀਆ ਆਫ ਟਰਪੀਜ਼ੀਅਮ A B C F, ਇੱਕ ਇਹ ਟਰਪੀਜ਼ੀਅਮ ਬਣ ਗਈ, ਇੱਕ ਬਣ ਗਈ A E A F, ਇਹਨੂੰ ਅਸੀਂ ਕੀ ਮੰਨਿਆ ਹੈਗਾ? D, ਠੀਕ ਹੈ? ਇੱਥੇ D ਪੁਆਇੰਟ ਹੈਗਾ, ਇੱਥੇ E ਹੈਗਾ, A E D F ਏਦਾਂ ਮੰਨ ਲਓ, ਠੀਕ ਹੈ? ਆਹ F ਪੁਆਇੰਟ ਹੈ, ਓਕੇ? ਦੁਬਾਰਾ ਲਿਖ ਦਿੰਦਾ ਮੈਂ, ਇੱਕ ਸੈਕਿੰਡ, ਦੁਬਾਰਾ ਲਿਖ ਲੈਂਦੇ ਹਾਂ ਇੱਥੇ, ਪਤਾ? ਹਾਂ, ਠੀਕ ਹੈ? ਧਿਆਨ ਨਾਲ ਕਰਨਾ ਹੈ, ਆਰਾਮ ਨਾਲ ਲਿਖਣਾ ਹੈ। ਇੱਥੇ F ਆ ਜਾਏਗਾ, ਇੱਥੇ D ਪੁਆਇੰਟ ਆ ਜਾਏਗਾ। A E D F ਤੇ ਇੱਕ ਬਣ ਗਿਆ A B C F, ਠੀਕ ਹੈ? ਦੋ ਟਰਪੀਜ਼ੀਅਮ ਬਣ ਗਈਆਂ ਤੇ ਇਹਦੇ ਵਿੱਚ ਆਹ ਵਿੱਚੋਂ 15 ਮੀਟਰ ਹੈਗੀ ਆ, ਆਹ ਵੀ 15 ਮੀਟਰ ਆ, ਟੋਟਲ ਹੈਗੀ ਆ 30, ਠੀਕ ਹੈ? ਤੋ ਕਿਸ ਤਰ੍ਹਾਂ ਹੁਣ ਅਸੀਂ ਏਰੀਆ ਇਹਦਾ ਫਾइंड ਆਊਟ ਕਰਾਂਗੇ? ਤੋ ਇਹਦੇ ਵਿੱਚ ਅਗੇਨ A B C D E ਦਾ ਖੇਤਰਫਲ, ਠੀਕ ਹੈ? A B C D E ਦਾ ਖੇਤਰਫਲ ਮੀਨਸ ਏਰੀਆ ਆਫ A B C D E, ਠੀਕ ਹੈ? ਤੋ ਇਹਦਾ ਏਰੀਆ ਜੋ ਕੀ ਤੁਹਾਡੇ ਹਿਸਾਬ ਨਾਲ ਸੇਮ ਆਉਣਾ ਚਾਹੀਦਾ ਕਿ ਡਿਫਰੈਂਟ ਆਉਣਾ ਚਾਹੀਦਾ? ਕੋਈ ਬੱਚਾ ਦੱਸ ਸਕਦਾ ਹੈ ਕਿ ਸੇਮ ਆਊਗਾ ਜਾਂ ਡਿਫਰੈਂਟ ਆਏਗਾ? ਕੀ ਬੱਚੇ? ਉਹ ਕੋਈ ਕਿਸੇ ਬੱਚੇ ਨੂੰ ਅਗਰ ਪਤਾ ਹੋਵੇ ਤਾਂ ਪਲੀਜ਼ ਬੱਚੇ ਆਂਸਰ ਜ਼ਰੂਰ ਦਈਓ। ਤੋ ਅਸੀਂ ਤਾਂ ਕੱਢ ਹੀ ਲੈਣਾ ਚਲੋ ਹੁਣ, ਠੀਕ ਹੈ? ਅਸੀਂ ਪ੍ਰੂਫ ਵੀ ਕਰ ਦੇਣਾ ਹੈਗਾ। ਮੈਂ ਦੱਸ ਦਿੰਦਾ ਇੱਥੇ ਸੇਮ ਆਉਣਾ ਚਾਹੀਦਾ, ਠੀਕ ਹੈ? ਤੋ ਕਿਸ ਤਰ੍ਹਾਂ ਆਏਗਾ ਦੇਖੋ, ਸਮਲੰਬ ਲੰਬ ਕਿਹਦੇ ਬਰਾਬਰ ਆਊਗਾ? ਸਮਲੰਬ ਲੰਬ ਜਿਹੜੀ ਆ ਗਈ A B C F ਦਾ ਖੇਤਰਫਲ, ਠੀਕ ਹੈ? ਦਾ ਖੇਤਰਫਲ ਪਲੱਸ ਸਮਲੰਬ ਲੰਬ ਜਿਹੜੀ ਆ ਗਈ ਇਹਦੇ ਵਿੱਚ A E D F ਦਾ ਖੇਤਰ, ਠੀਕ ਹੈ? ਤੋ ਕਿਸ ਤਰ੍ਹਾਂ ਫਾइंड ਆਊਟ ਕਰਨਾ ਦੇਖੋ, ਫਾਰਮੂਲਾ ਕੀ ਆਏਗਾ? 1/2, ਪਹਿਲਾਂ ਇਹਦੇ ਵਿੱਚ ਸਮਾਂਤਰ ਭੁਜਾਵਾਂ ਦਾ ਜੋੜ ਯਾਨੀ ਕਿ 30 ਪਲੱਸ 15 ਇੰਟੂ, ਤੇ ਵਿਦਿਆਰਥੀਓ ਇਹ ਜਦੋਂ ਦੋ ਭਾਗਾਂ ਵਿੱਚ ਕੱਟਿਆ ਤਾਂ ਇਹਦੇ ਵਿੱਚ CF ਦੀ ਵੈਲਿਊ, CF ਜਿਹੜਾ ਹੈ, CF ਕਿੰਨਾ ਆ ਜਾਏਗਾ? CF ਤੇ CF ਤੇ FD ਜਿਹੜਾ ਹੈਗਾ ਉਹ ਅੱਧਾ ਹੋ ਜਾਏਗਾ 15 ਦਾ, ਠੀਕ ਹੈ? ਤੋ ਇਹ ਬਣੇਗਾ 7.5,
5 ਮੀਟਰ, ਠੀਕ ਹੈ। तो ਇੱਥੇ ਆ ਜਾਏਗਾ 7.5 ਮੀਟਰ ਪਲੱਸ ਇੱਦਾਂ ਹੀ ਬੱਚਿਓ ਦੂਸਰੀ ਟਰਪੀਜ਼ੀਅਮ ਦਾ ਏਰੀਆ ਉਹ ਵੀ ਕਿੰਨਾ ਆ ਜਾਣਾ, ਉਹਦੇ ਵਿੱਚ ਪਹਿਲਾਂ 15 ਪਲੱਸ 30 ਇੰਟੂ 7.5, ਠੀਕ ਹੈ। तो ਇਹਦਾ ਡਬਲ ਹੀ ਹੋ ਗਿਆ, ਮਤਲਬ ਕਿ ਜਦੋਂ ਤੁਸੀਂ ਇਹਨੂੰ ਹੁਣ ਸੋਲਵ ਕਰਨਾ ਹੈਗਾ, तो ਆਹ 45 ਜਮਾ ਸੌਰੀ 30 ਜਮਾ 15 ਇਹ ਕਿੰਨੇ 45 ਮਿਲ ਗਏ, 45 ਡਬਲ ਹੀ ਹੋ ਗਿਆ, ਇੱਕ ਦਿਨ ਨਾ ਇੱਕ ਦਾ ਕੱਢ ਲਓ, ਠੀਕ ਹੈ। ਦੂਸਰੇ ਦਾ ਆਪਣੇ ਆਪ ਹੀ ਨਿਕਲ ਜਾਏਗਾ। ਇਟ ਮੀਨਸ ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਕਿਸ ਤਰ੍ਹਾਂ ਕਰਨਾ, 1/2 ਗੁਣਾ 45 ਗੁਣਾ 7.5 ਜਮਾ 1/2 45 ਗੁਣਾ 7.5, ਠੀਕ ਹੈ। ਆਫਟਰ ਸੋਲਵਿੰਗ ਇਟ ਜਦੋਂ ਤੁਸੀਂ ਸੋਲਵ ਕਰੋਗੇ ਇਹ ਆ ਜਾਏਗਾ 168.75 ਜਮਾ 168.75। ਦੋ ਤਰੀਕੇ ਆ, ਜਾਂ ਤਾਂ ਇਹਨਾਂ ਨੂੰ ਜੋੜ ਦਿਓ, ਠੀਕ ਹੈ। ਤੋ ਜਦੋਂ ਤੁਸੀਂ ਜੋੜੋਗੇ ਤਾਂ 1/2 ਤਾਂ ਕੱਟ ਹੀ ਜਾਣੇ ਆ, 45 ਦੀ 75 ਦੇ ਨਾਲ ਆਪਾਂ 7.5 ਨਾਲ ਸਿੱਧੀ ਮਲਟੀਪਲੀਕੇਸ਼ਨ ਕਰ ਦਿਓ, ਤਾਂ ਵਿਦਿਆਰਥੀਓ ਆਂਸਰ ਜਿਹੜਾ ਹੈ ਉਹ 337.5 ਮੀਟਰ ਸਕੁਏਅਰ ਜਿਹੜਾ ਹੈਗਾ ਇਹਦਾ ਆ ਜਾਊਗਾ, ਠੀਕ ਹੈ। ਜੋ ਕਿ ਜਿੱਦਾਂ ਕਵਿਤਾ ਨੇ ਕੱਢਿਆ ਸੀਗਾ ਉਹੀ ਉਹਦੇ ਬਰਾਬਰ ਆ ਰਿਹਾ, ਇਟ ਮੀਨਸ ਦੋਨੋਂ ਕੇਸ ਦੇ ਵਿੱਚ ਏਰੀਆ ਇੱਥੇ ਆ ਰਿਹਾ ਹੈਗਾ, ਠੀਕ ਹੈ। ਸੋ ਵਿਦਿਆਰਥੀਓ ਇਹ ਸੀਗਾ ਕੁਐਸਚਨ ਨੰਬਰ 10 ਤੇ ਲਾਸਟ ਸਮ ਵਿੱਚੋਂ ਰਹਿ ਗਿਆ, ਇਹ ਹੁਣ ਤੁਸੀਂ ਮੈਂ ਤੁਹਾਡੇ ਲਈ ਛੱਡ ਰਿਹਾ ਹੈਗਾ, ਠੀਕ ਹੈ। ਸੋ ਇਹ ਤੁਸੀਂ ਆਪ ਕਰਨਾ ਹੈਗਾ, ਮੈਂ ਥੋੜਾ ਜਿਹਾ ਤੁਹਾਨੂੰ ਇਹਦੇ ਬਾਰੇ ਦੱਸ ਦਿੰਦਾ ਕਿਵੇਂ ਕਰਨਾ ਹੈ। ਇਹ 'ਚ ਇੱਕ ਫੋਟੋ ਫਰੇਮ ਜਿਹੜਾ ਦਿੱਤਾ ਉਹਦੇ ਆਊਟਰ ਡਾਇਮੈਂਸ਼ਨ ਦਿੱਤੀਆਂ ਹੋਈਆਂ 24 ਸੈਂਟੀਮੀਟਰ, ਇੱਧਰ 28 ਸੈਂਟੀਮੀਟਰ ਜਿਹੜੀ ਆ ਉਹ ਸਾਈਡ ਜਿਹੜੀ ਆ ਉਹ ਦਿੱਤੀਆਂ ਹੋਈਆਂ, ਠੀਕ ਹੈ। ਦੋਨਾਂ ਦੀਆਂ ਫੋਟੋ ਫਰੇਮ ਦੀਆਂ, ਓਕੇ। ਤੇ ਇਨਰ ਡਾਇਮੈਂਸ਼ਨ ਜਿਹੜੀਆਂ ਨੇ ਉਹ ਦਿੱਤੀਆਂ ਨੇ ਉਹ 16 ਸੈਂਟੀਮੀਟਰ ਇਹ ਹੈਗੀ, ਤੇ ਇਹ ਹੈਗੀ 20 ਸੈਂਟੀਮੀਟਰ। ਫਾਈਂਡ ਦਾ ਏਰੀਆ ਆਫ ਈਚ ਸੈਕਸ਼ਨ ਆਫ ਦੀ ਫਰੇਮ, ਹਰ ਇੱਕ ਸੈਕਸ਼ਨ ਦਾ ਏਰੀਆ ਜਿਹੜਾ ਉਹ ਫਾਈਂਡ ਆਊਟ ਕਰਨਾ ਹੈ। ਇਫ ਦੀ ਵਿਡਥ ਆਫ ਦੀ ਈਚ ਸੈਕਸ਼ਨ ਇਜ਼ ਸੇਮ, ਠੀਕ ਹੈ, ਜੇਕਰ ਵਿਡਥ ਜਿਹੜੀ ਆ ਉਹ ਸੇਮ, ਠੀਕ ਹੈ। ਥੋੜਾ ਜਿਹਾ ਔਖਾ ਸਵਾਲ ਹੈਗਾ, ਉਹ ਇਹਨੂੰ ਕਰਨ ਲਈ ਤੁਸੀਂ ਕੀ ਕਰੋਗੇ, ਮੈਂ ਥੋੜਾ ਆਈਡੀਆ ਦੇ ਦਿੰਦਾ ਤੁਹਾਨੂੰ, ਅਸੀਂ ਕਰ ਵੀ ਲੈਂਦੇ ਨਾਲੋਂ ਨਾਲ ਹੀ। ਇਹਦਾ ਇਹ ਜਿਹੜਾ ਹੈਗਾ ਫਸਟ ਭਾਗ ਦਿੱਤਾ ਹੋਇਆ, ਠੀਕ ਹੈ, ਇਹਨੂੰ ਭਾਗਾਂ ਵਿੱਚ ਵੰਡ ਲੈਣਾ, ਫਸਟ ਸੈਕਿੰਡ, ਉਸ ਤੋਂ ਬਾਅਦ ਇਹਨੂੰ ਥਰਡ ਪੋਰਸ਼ਨ, ਇਹਨੂੰ ਥਰਡ ਪੋਰਸ਼ਨ ਮੰਨ ਲਓ, ਠੀਕ ਹੈ, ਔਰ ਇਹਨੂੰ ਫੋਰਥ ਪੋਰਸ਼ਨ ਮੰਨ ਲਓ, ਫੋਰਥ ਲਈ, ਠੀਕ ਹੈ। तो ਚਾਰ ਭਾਗਾਂ ਦੇ ਵਿੱਚ ਅਸੀਂ ਵੰਡ ਲੈਣਾ। ਇਹਦੇ ਵਿੱਚ ਜਿਹੜਾ ਏਰੀਆ ਹੈ ਸੈਕਿੰਡ ਤੇ ਫੋਰਥ ਯਾਨੀ ਕਿ ਇਹਦਾ ਔਰ ਇਹਦਾ ਖੇਤਰਫਲ ਬਰਾਬਰ ਆਏਗਾ, ਇੱਦਾਂ ਹੀ ਬੱਚੋ ਇਹਦਾ ਔਰ ਫਸਟ ਤੇ ਥਰਡ ਦਾ ਜਿਹੜਾ ਖੇਤਰਫਲ ਹੈਗਾ ਉਹ ਬਰਾਬਰ ਆਏਗਾ, ਠੀਕ ਹੈ। ਤੇ ਸਾਰਿਆਂ ਨੂੰ ਤੁਸੀਂ ਹਰੇਕ ਦਾ ਪੋਰਸ਼ਨ ਦਾ ਏਰੀਆ ਜਿਹੜਾ ਹੈਗਾ ਉਹ ਫਾइंड ਆਊਟ ਕਰਨਾ ਹੈਗਾ, ਠੀਕ ਹੈ। तो ਇੱਕ ਦਾ ਮੈਂ ਕੱਢ ਕੇ ਤੁਹਾਨੂੰ ਦਿਖਾ ਦਿੰਦਾ ਕਿਸ ਤਰ੍ਹਾਂ ਕੱਢਣਾ ਹੈ। ਪਹਿਲਾਂ ਮੈਂ ਦੱਸ ਦਿੱਤਾ ਹੈ ਕਿ ਸੈਕਿੰਡ ਔਰ ਫੋਰਥ ਦਾ ਜਿਹੜਾ ਹੈ ਉਹ ਸੇਮ ਆਏਗਾ, ਕਿਉਂਕਿ ਇੱਧਰ 24 ਸੈਂਟੀਮੀਟਰ 28 ਸੈਂਟੀਮੀਟਰ ਦੋਨੋਂ ਸਾਈਡ ਤੇ ਸੇਮ ਆ, ਔਰ ਇਨਰ ਲੈਂਥ ਜਿਹੜੀ ਆ 20 ਸੈਂਟੀਮੀਟਰ ਉਹ ਵੀ ਹੈਗੀ ਹੈ, ਠੀਕ ਹੈ। ਇੱਦਾਂ ਹੀ ਇਸ ਕੇਸ ਦੇ ਵਿੱਚ ਆ 16 ਹੈ, ਆ 24 ਹੈ, ਇਹ ਵੀ 24 ਹੋਏਗੀ ਤੇ ਇਹ 16 ਹੀ ਰਹੂਗੀ, ਠੀਕ ਹੈ। ਆ 16 ਹੈ, ਆ 24 ਹੈਗੀ ਹੈ, ਠੀਕ ਹੈ। तो ਵਿਦਿਆਰਥੀਓ ਇੱਥੇ ਅਸੀਂ ਕੀ ਲਿਖਾਂਗੇ ਕਿ ਏਰੀਆ of part 1, ਠੀਕ ਹੈ। part 1 will be equal to area of part ਨੂੰ ਪੰਜਾਬੀ ਚ ਭਾਗ ਲਿਖ ਲਓ, ਭਾਗ 1 ਦਾ ਖੇਤਰਫਲ ਭਾਗ ਤੀਸਰੇ ਦੇ ਖੇਤਰਫਲ ਦੇ ਬਰਾਬਰ ਆਊਗਾ। ਤੇ ਵਿਦਿਆਰਥੀਓ ਫਾइंड ਆਊਟ ਕਿੱਦਾਂ ਕਰਨਾ ਹੈ, ਟਰਪੀਜ਼ੀਅਮ ਹੀ ਹੈ, तो ਟਰਪੀਜ਼ੀਅਮ ਹੈ तो ਇਹਦਾ ਮਤਲਬ 1/2 ਗੁਣਾ ਇੱਥੇ ਲੰਬ ਜਿਹੜਾ ਹੈਗਾ ਉਹ ਕਿੰਨਾ ਆ ਗਿਆ 24 ਜਮਾ 16 ਸੌਰੀ ਜਿਹੜੀਆਂ ਸਮਾਂਤਰ ਭੁਜਾਵਾਂ ਹੈਗੀਆਂ 24 ਤੇ ਜਮਾ 16 ਆ ਗਈਆਂ, ਤੇ ਇਹਨਾਂ ਦੇ ਵਿਚਕਾਰ ਦੀ ਹਾਈਟ ਜਿਹੜੀ ਹੈ ਇਹਨੂੰ h1 ਮੰਨ ਲਓ, ਜੋ ਕਿ ਇਹਦੇ ਬਰਾਬਰ ਆਊਗੀ h1 ਦੀ ਵੈਲਿਊ ਵਿੱਚੋਂ 4 ਸੈਂਟੀਮੀਟਰ ਮਿਲੂਗੀ, ਠੀਕ ਹੈ। ਇਹਨੂੰ ਕਿੱਦਾਂ ਕੱਢਿਆ ਹੈਗਾ, ਦੇਖੋ ਇਹ ਪੂਰੀ ਸਾਈਡ ਜਿਹੜੀ ਆ ਉਹ ਕਿੰਨੀ ਆ 28 ਦੇ ਵਿੱਚੋਂ ਆਹ 20 ਜਦੋਂ ਮਾਈਨਸ ਕੀਤੇ ਤਾਂ 8 ਬਚਿਆ, ਠੀਕ ਹੈ। 28 ਦੇ ਵਿੱਚੋਂ 20 ਮਾਈਨਸ ਕੀਤਾ 8 ਮਿਲੂਗਾ, 8 ਦਾ ਅੱਧਾ ਹਿੱਸਾ ਉੱਪਰ ਤੇ ਅੱਧਾ ਹਿੱਸਾ ਨੀਚੇ, ਠੀਕ ਹੈ। ਅੱਧਾ ਹਿੱਸਾ ਇਹ ਉੱਪਰ ਆ ਗਿਆ ਪਹਿਲੇ ਭਾਗ 'ਚ, ਤੇ ਤੀਜੇ ਭਾਗ ਦੇ ਵਿੱਚ ਵੀ ਅੱਧਾ ਹਿੱਸਾ ਆ ਜਾਊਗਾ, ਇਹਦਾ ਮਤਲਬ h1 ਦੀ ਵੈਲਿਊ ਕਿੰਨੀ ਆ ਜਾਊਗੀ 4, ਠੀਕ ਹੈ। तो 24 ਜਮਾ 16 ਕਿੰਨੇ ਆ ਗਏ 40, 40 ਗੁਣਾ ਕਿੰਨਾ ਆ ਗਿਆ 4, 4 ਦੂਣੀ 8 ਹੋ ਗਏ, तो ਇਹ ਬਣ ਗਿਆ 80, ਠੀਕ ਹੈ। 80 ਸੈਂਟੀਮੀਟਰ ਸਕੁਏਅਰ ਦੋਨਾਂ ਦਾ ਏਰੀਆ ਆ ਗਿਆ ਫਸਟ ਤੇ ਥਰਡ ਪੋਰਸ਼ਨ ਦਾ। ਸਿਮਿਲਰਲੀ ਯੂ ਕੈਨ ਫਾइंड ਦੀ ਏਰੀਆ ਆਫ ਸੈਕਿੰਡ ਪੋਰਸ਼ਨ ਐਂਡ ਫੋਰਥ ਪੋਰਸ਼ਨ, ਠੀਕ ਹੈ। ਉਹਦੇ ਲਈ ਕੀ ਆ ਜਾਊਗਾ ਏਰੀਆ ਆਫ ਪਾਰਟ ਕਿਹੜਾ ਆ ਗਿਆ ਸੈਕਿੰਡ ਐਂਡ ਏਰੀਆ ਆਫ ਪਾਰਟ ਫੋਰਥ, ਠੀਕ ਹੈ। तो ਏਰੀਆ ਆਫ ਇਹਦਾ ਕਿੱਦਾਂ ਫਾइंड ਆਊਟ ਕਰਾਂਗੇ 1/2 ਅਗੇਨ ਇਹਦੇ ਲਈ ਬੱਚੋ ਇੱਕ ਭੁਜਾ ਜਿਹੜੀ ਹੈ ਸਮਾਂਤਰ 28 ਹੈ ਤੇ ਦੂਸਰੀ ਹੈਗੀ b, ਠੀਕ ਹੈ। ਇਹ 28 ਹੋ ਗਈ, ਇਹ ਹੋ ਗਈ b। ਹੁਣ ਇਹਨਾਂ ਦੇ ਵਿਚਕਾਰ ਦੀ ਹੁਣ ਡਿਸਟੈਂਸ ਜਿਹੜੀ ਉਹ ਕਿੱਦਾਂ ਕੱਢੂਗੇ, ਇਹ 24 ਸੀਗਾ 24 ਚੋਂ 16 ਕੱਢੋ, ਹੁਣ 24 ਦੇ ਵਿੱਚੋਂ 16 ਮਾਈਨਸ ਕੀਤੇ ਬਣ ਗਿਆ ਵਿੱਚੋਂ 8, ਠੀਕ ਹੈ। ਅਗੇਨ ਇਹਦੇ ਵਿੱਚ 8 ਆ ਗਿਆ ਤੇ 8 ਦਾ ਅੱਧਾ ਵਿੱਚ ਅੱਧਾ ਇਸ ਸਾਈਡ ਆ ਜਾਣਾ ਤੇ ਅੱਧਾ ਇੱਧਰ ਚੱਲ ਜਾਏਗਾ, ਤੇ 4 ਦੇ ਵਿੱਚ
डिवीज़न हो गई, ठीक है? 4 ਦੇ ਨਾਲ ਮਤਲਬ ਕੱਟ ਗਿਆ तो 4 ਹਿੱਸਾ ਇੱਧਰ ਆ ਜਾਊਗਾ, 4 ਹਿੱਸਾ ਸੌਰੀ 4 ਹਿੱਸਾ ਇੱਧਰ ਆ ਜਾਊਗਾ, 4 ਹਿੱਸਾ ਇੱਧਰ ਆ ਜਾਊਗਾ। ਤੋ ਇਹਨੂੰ ਵੀ ਅਗੇਨ ਤੁਸੀਂ ਕੱਟ ਕਰ ਲਓ ਤੇ ਇਹ 2 ਦੂਣੀ 4 ਕੱਟ ਗਿਆ, 24 28 ਜਮਾ 20 ਕਿੰਨੇ ਹੋ ਗਏ 48, 48 ਨੂੰ 2 ਨਾਲ ਗੁਣਾ ਕਰ ਦਿੱਤੀ ਤਾਂ ਵਿਦਿਆਰਥੀਓ ਆ ਗਿਆ 96 ਮੀਟਰ ਸਕੁਆਇਰ 48 ਗੁਣਾ 2 96 ਮੀਟਰ ਸਕੁਆਇਰ ਜਿਹੜਾ ਇਹਦਾ ਏਰੀਆ ਆ ਗਿਆ, ਠੀਕ ਹੈ? ਕਿਹੜੇ-ਕਿਹੜੇ ਪੋਰਸ਼ਨ ਦਾ? ਸੈਕਿੰਡ ਪੋਰਸ਼ਨ ਦਾ ਤੇ ਫੋਰਥ ਪੋਰਸ਼ਨ ਦਾ, ਠੀਕ ਹੈ? ਸੋ ਥਿਸ ਇਜ਼ ਯੂਅਰ ਐਕਸਰਸਾਈਜ਼ ਨੰਬਰ ਵਿੱਚ 11.2 ਸਾਰੀ ਐਕਸਰਸਾਈਜ਼ ਮੈਂ ਕਰ ਦਿੱਤੀ ਆ, ਹੁਣ ਇਹਨੂੰ ਆਪਣੀ-ਆਪਣੀ ਕਾਪੀ ਦੇ ਉੱਪਰ ਸੋਲਵ ਕਰ ਲੈਣਾ, ਠੀਕ ਹੈ? ਤੇ ਕੋਈ ਦਿੱਕਤ ਹੈ ਤੇ ਬੱਚੇ ਮੈਸੇਜ ਕਰਕੇ ਮੈਨੂੰ ਪੁੱਛ ਲੈਣਾ ਹੈਗਾ, ਠੀਕ ਹੈ? ਥੈਂਕ ਯੂ ਬੱਚੇ, ਥੈਂਕ ਯੂ।